ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੋਂਡਾ ਟੂਟੇ ਤਾਗੇ ਨ ਖੁੱਟੀ ਪਾਨ, द्वार ऊपर चिलकावह कान। टूटे तागे न खुट्टी पान। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगे अटल, ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੋਂਡਾ ਇੱਕ ਦਿਨ ਭਗਤ ਕਬੀਰ ਜੀ ਆਤਮ ਰੰਗ ਵਿੱਚ ਰੰਗੇ ਹੋਏ ਘਰ ਆਏ ਮਹਾਤਮਾ ਨੂੰ ਵਿਦਾ ਕਰਨ ਗਏ ਸਨ। ਤਦੋਂ ਇਹਨਾਂ ਦੀ ਮਾਤਾ ਗੁਆਂਢਣ ਦੇ ਕੋਲ ਜਾ ਕੇ ਆਪਣੇ ਦੁੱਖ ਰੋ ਰਹੀ ਸੀ। ਇਤਨੇ ਚਿਰ ਨੂੰ ਕਬੀਰ ਜੀ ਵੀ ਵਾਪਸ ਆ ਗਏ। ਤਦੋਂ ਜੋ ਮਾਤਾ ਜੀ ਨੇ ਗੁਆਂਢਣ ਨੂੰ ਕਿਹਾ ਉਸ ਵਾਰਤਾਲਾਪ ਨੂੰ ਬਾਣੀ ਦੁਆਰਾ ਕਥਨ ਕਰਕੇ ਕਬੀਰ ਸਾਹਿਬ ਜੀ ਅਧਿਆਤਮਿਕ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਓ ਗੌਂਡ ਰਾਗ ਦੇ ਵਿੱਚ ਕਬੀਰ ਜੀ ਦਾ ਉਚਾਰਿਆ ਸ਼ਬਦ ਇਸ ਦੀ ਕਥਾ ਵਿਚਾਰ ਸਰਵਣ ਕਰੋ ਜੀ। ਟੂਟੇ ਤਾਗੇ ਨ ਖੁੱਟੀ ਪਾਨ। ਤਾੜੀ ਦੇ ਧਾਗੇ ਟੁੱਟੇ ਪਏ ਨੇ, ਪਾਣ ਵੀ ਮੁੱਕ ਗਈ ਹੈ। ਜੋ ਬਸਤਰ ਨੂੰ ਬੁਣਨ ਸਮੇਂ ਮਾਵਾ ਲਾਇਆ ਜਾਂਦਾ ਹੈ ਉਸ ਨੂੰ ਪਾਣ ਕਹਿੰਦੇ ਹਨ। ਇਉਂ ਦੁਆਰ ਉੱਪਰ ਚਲਕਾਵਹ ਕਾਨ। ਦਰਵਾਜ਼ੇ ਉੱਤੇ ਤਾਣਾ ਧਰਨ ਵਾਲੇ ਕਾਨੇ ਤਾਣੀ ਤੋਂ ਬਗੈਰ ਹੀ ਝਲਕਾਵਹਿ ਪ੍ਰਕਾਸ਼ ਦੇ ਚਮਕਦੇ ਨੇ, ਕਿਉਂਕਿ ਛਿੱਲ ਕਰਕੇ ਤਿੱਖੇ ਕਰਕੇ ਸਾਫ਼ ਕੀਤੇ ਹੋਏ ਹੁੰਦੇ ਹਨ। ਕੂਚ ਬੇਚਾਰੇ ਭੂਏ ਭਾਲ। ਵਿਚਾਰੇ ਕੁਚ ਫੂਏ ਤਿੱਤਰ ਬਿੱਤਰ ਵਿੰਗੇ ਟੇਢੇ ਹੋਏ ਪਏ ਹਨ। ਭਾਵੇਂ ਕਿ ਕਦੀ ਤਾਣੀ ਨਹੀਂ ਹੋਣੀ। ਵਿਚਾਰੇ ਕੁਝ ਖਰਾਬ ਹੋ ਗਏ ਨੇ। ਕੁਝ ਜੋ ਸੂਰ ਦੇ ਵਾਲਾਂ ਦਾ ਹੁੰਦਾ ਹੈ ਉਸ ਦੇ ਨਾਲ ਵਿੰਗੀਆਂ ਟੇਢੀਆਂ ਹੋਈਆਂ ਤੰਦਾਂ ਕੁਝ ਫੇਰ ਕੇ ਠੀਕ ਕਰੀਦੀਆਂ ਹਨ। ਯਾ ਮੁੰਡਿਆ ਸਿਰ ਚੜਬੋ ਕਾਲ। ਮੈਂ ਕੀ ਦੱਸਾਂ ਮੇਰੀਏ ਭੈਣੇ, ਇਸ ਮੁੰਡੇ ਨੇ ਇਸ ਲੜਕੇ ਕਬੀਰ ਦੇ ਸਿਰ ਉੱਤੇ ਕਾਲ ਆ ਚੜਿਆ ਹੈ। ਭਾਵ ਕਿ ਭੁੱਖਾ ਮਰੇਗਾ, ਕਿਉਂਕਿ ਕੰਮ ਇਹ ਕੋਈ ਵੀ ਨਹੀਂ ਕਰਦਾ ਹੈ।
ਜਾਂ ਮੌਤ ਦਾ ਦੇਵਤਾ ਜਮ ਕਾਲ ਆ ਕੇ ਇਹਦੇ ਸਿਰ ਚੜਿਆ ਹੈ। ਇਹ ਮੁੰਡਿਆ ਸਗਲੋ ਦਰਬ ਖੋਈ। ਮੇਰੇ ਇਸ ਮੁੰਡੇ ਲੜਕੇ ਨੇ ਆਪਣੇ ਪਿਤਾ ਦਾ ਇਕੱਤਰ ਕੀਤਾ ਹੋਇਆ ਸਾਰਾ ਧਨ ਸਾਧੂ ਮਹਾਤਮਾ ਨੂੰ ਖਵਾ ਕੇ ਖੋ ਦਿੱਤਾ, ਗਵਾ ਦਿੱਤਾ ਹੈ। ਆਵਤ ਜਾਤ ਨਾਕ ਸਰ ਹੋਈ। ਇਸ ਦੇ ਕੋਲ ਸਾਧੂ ਮਹਾਤਮਾ ਇੰਨੇ ਆਉਂਦੇ ਜਾਂਦੇ ਨੇ ਕਿ ਸਾਡਾ ਘਰ ਉਜਾੜਨ ਦੀ ਕੋਈ ਕਸਰ ਹੀ ਨਹੀਂ ਹੋਈ। ਤੋ ਇੰਨੇ ਸਾਧੂ ਮਹਾਤਮਾ ਆਉਂਦੇ ਜਾਂਦੇ ਨੇ, ਮੈਂ ਤਾਂ ਵੇਖ ਕੇ ਨਾਕ ਸਰ ਨੱਕ ਦਮ ਨੱਕਵਾਨੀ ਹੋ ਗਈਆਂ। ਭਾ ਮੇਰੇ ਨੱਕ 'ਚ ਦਮ ਆ ਗਿਆ, ਮਤਲਬ ਮੈਂ ਔਖੀ ਹੋ ਗਈ ਹਾਂ। ਨੱਕ ਵਿੱਚ ਜਿੰਦ ਆਉਣ ਦੀ ਤਰ੍ਹਾਂ ਹੋ ਗਈਆਂ, ਜਾਂ ਮੇਰੀ ਤਾਂ ਨੱਕ ਦੇ ਵਿੱਚ ਜਿੰਦ ਆ ਗਈ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਤੁਰੀ ਨਾਰ ਕੀ ਛੋਡੀ ਬਾਤਾਂ। ਤੁਰੀ ਜੁਲਾਹੇ ਦੀ ਲੱਠ ਹੁੰਦੀ ਹੈ ਜਿਸ ਉੱਤੇ ਬਸਤਰ ਬੁਣ ਕਰਕੇ ਵਲੇਟਿਆ ਜਾਂਦਾ ਹੈ। ਤੁਰੀ ਤੇ ਨਾਲ ਦੀ ਗੱਲ ਵੀ ਇਹਨੇ ਛੱਡ ਦਿੱਤੀ ਹੈ, ਮਤਲਬ ਕੱਪੜਾ ਬੁਣਦਾ ਹੀ ਨਹੀਂ, ਉੱਤੇ ਵਲੇਟਣਾ ਭਲਾ ਕੀ ਹੈ। ਰਾਮ ਨਾਮ ਵਾਕਾ ਮਨ ਰਤਾ। ਗੁਆਂਢਣ ਜਾਂ ਦਰਾਣੀਆਂ ਜਠਾਣੀਆਂ ਨੇ ਪੁੱਛਿਆ ਕਿ ਫਿਰ ਕਬੀਰ ਕਰਦਾ ਕੀ ਹੈ। ਤਾਂ ਮਾਤਾ ਕਹਿੰਦੀ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਹੀ ਮੇਰੇ ਕਬੀਰ ਦਾ ਜਾਂ ਉਸ ਕਬੀਰ ਦਾ ਜਿਹੜਾ ਮਨ ਹੈ, ਚਿੱਤ ਹੈ, ਰੰਗਿਆ ਤਦਾਕਾਰ ਰਹਿੰਦਾ ਹੈ। ਲੜਕੀ ਲੜਕਨ ਖੈਬੋ ਨਾਹੇ। ਕਬੀਰ ਦੀ ਲੜਕੀ ਕਮਾਲੀ ਸੀ ਤੇ ਲੜਕਾ ਕਮਾਲਾ। ਇਹਨਾਂ ਦੇ ਵਾਸਤੇ ਖਾਣ ਲਈ ਘਰ ਦੇ ਵਿੱਚ ਕੁਝ ਵੀ ਪਦਾਰਥ ਨਹੀਂ ਹੈ, ਕਿਉਂਕਿ ਗਰੀਬ ਘਰਾਂ ਦੇ ਵਿੱਚ ਜੋ ਕੁਝ ਕੰਮ ਕਾਰ ਕੀਤਾ ਜਾਂਦਾ ਦਿਹਾੜੀ ਟੱਪਾ ਉਹੀ ਰਾਤ ਨੂੰ ਪੱਕਦਾ ਹੈ। ਜਦ ਕਰਨਾ ਹੀ ਕੁਛ ਨਹੀਂ ਤੇ ਖਾਣ ਨੂੰ ਆਉਣਾ ਕਿੱਥੋਂ ਹੈ। ਮੁੰਡਿਆ ਅਣ ਦਿਨ ਤਾਪੇ ਜਾਹੇ। ਜਿਹੜੇ ਮੁੰਡਿਆ ਸਿਰ ਮੁੰਨੇ ਸਾਧੂ ਮਹਾਤਮਾ ਨੇ ਉਹ ਦਿਨੇ ਰਾਤ ਰੱਜ ਕੇ ਜਾਂਦੇ ਨੇ। ਪਤਾ ਨਹੀਂ ਉਹਨਾਂ ਲਈ ਕਿੱਥੋਂ ਲੈ ਕੇ ਆਉਂਦਾ ਹੈ, ਕਿੱਥੋਂ ਲਿਆ ਉਹਨਾਂ ਨੂੰ ਖਵਾ ਦਿੰਦਾ ਹੈ। ਇੱਕ ਦੋਏ ਮੰਦਰ ਇੱਕ ਦੋਏ ਬਾਟ। ਇੱਕ ਦੋ ਸਾਧੂ ਤਾਂ ਘਰ ਵਿੱਚ ਆਏ ਹੁੰਦੇ ਨੇ ਤੇ ਇੱਕ ਦੋ ਨੂੰ ਕਬੀਰ ਰਸਤੇ ਤੋਰਨ ਜਾਂਦਾ ਹੈ, ਜਾਂ ਇੱਕ ਦੋ ਸਾਧੂ ਦਾ ਘਰ ਚ ਆ ਕੇ ਚਰਨੀ ਝਾੜਦੇ ਨੇ ਤੇ ਇੱਕ ਦੋ ਰਸਤੇ ਵਿੱਚ ਕਬੀਰ ਦਾ ਘਰ ਪੁੱਛਦੇ ਨੇ। ਹਮ ਕਉ ਸਾਥਰ ਯੁਨ ਕਉ ਖਾਟ। ਜਦ ਸਾਧੂ ਚਲੇ ਜਾਂਦੇ ਨੇ ਤਾਂ ਸਾਡਾ ਖਿਆਲ ਹੁੰਦਾ ਹੈ ਕਿ ਅੱਜ ਸਾਨੂੰ ਰਾਤ ਨੂੰ ਸੌਣ ਲਈ ਮੰਜੀਆਂ ਮਿਲ ਜਾਣਗੀਆਂ। ਪਰੰਤੂ ਸਾਧੂ ਆਉਂਦੇ ਵੇਖ ਕੇ ਅਸਾਂ ਨੂੰ ਕਹਿੰਦਾ ਕਿ ਤੁਸੀਂ ਤਾਂ 70 ਪੁੰਜੇ ਪੈ ਕੇ ਗੁਜ਼ਾਰਾ ਕਰ ਲਵੋ, ਤੇ ਉਹਨਾਂ ਸੰਤਾਂ ਨੂੰ ਮੰਜੀਆਂ ਵਿਛਾ ਵਿਛਾ ਕੇ ਦਿੰਦਾ ਹੈ। ਮੂੰਡ ਪਲੋਸ ਕਮਰ ਬਦ ਪੋਥੀ। ਉਹ ਜਿਹੜੇ ਸਾਧੂ ਮਹਾਤਮਾ ਸਿਰ ਮੁੰਨੇ ਆਪਣੀ ਟਿੰਡ ਪਲੋਸ ਕੇ ਭਾਵ ਸਿਰ ਮੂੰਹ ਦੇ ਹੱਥ ਫੇਰਦੇ ਆਉਂਦੇ ਨੇ, ਉਹਨਾਂ ਦੇ ਲੱਕ ਦੇ ਨਾਲ ਪੋਥੀਆਂ ਬੰਨੀਆਂ ਹੁੰਦੀਆਂ ਹਨ। ਹਮ ਕਉ ਚਾਬਨ ਯੁਨ ਕਉ ਰੋਟੀ। ਅਵਲ ਤਾਂ ਸਾਨੂੰ ਕਦੇ ਅੰਨ ਮਿਲਦਾ ਹੀ ਨਹੀਂ। ਜੇਕਰ ਕਿਤੇ ਮਿਲ ਜਾਵੇ ਕਿ ਅੱਜ ਭੋਜਨ ਛਕਾਂਗੇ ਤਾਂ ਉਸ ਵੇਲੇ ਸਾਧੂ ਆ ਜਾਂਦੇ ਨੇ। ਫਿਰ ਕਬੀਰ ਅਸਾਂ ਨੂੰ ਦਾ ਚੱਬਣ ਵਾਸਤੇ ਭੁੰਨੇ ਹੋਏ ਛੋਲੇ ਦੇ ਦਿੰਦਾ ਤੇ ਉਹਨਾਂ ਨੂੰ ਰੋਟੀਆਂ ਪਕਾ ਪਕਾ ਕੇ ਖਵਾਉਂਦਾ ਹੈ। ਪਹਿਲਾ ਸਮਾਂ ਸੀਗਾ
ਕਣਕ ਦਾ ਪ੍ਰਸ਼ਾਦਾ ਬਹੁਤ ਦੁਰਲੱਭ ਸੀਗਾ। ਲੋਕ ਮਾਲਵੇ ਦੇ ਵਿੱਚ ਅਜੇ ਵੀ ਬਾਜਰੇ ਦੀ ਰੋਟੀ ਖਾਂਦੇ ਨੇ, ਮੱਕੀ ਦੀ ਰੋਟੀ, ਬਾਜਰੇ ਦੀ ਰੋਟੀ, ਛੋਲਿਆਂ ਦੇ ਆਟੇ ਦੀ ਰੋਟੀ, ਜਾਂ ਪੈਲੀ ਦੇ ਵਿੱਚ ਆਪਣੀ ਖੇਤੀ ਵਿੱਚ ਉੱਗੇ ਹੋਏ ਛੋਲੇ। ਅੱਜ ਕੱਲ੍ਹ ਤਾਂ ਉਹ ਵੀ ਮਹਿੰਗੇ ਨੇ, ਪਰ ਉਹ ਘਰ ਦੇ ਹੋਣ ਕਰਕੇ ਛੋਲੇ ਚੱਬੇ ਜਾਂਦੇ। ਕਣਕ ਦਾ ਪ੍ਰਸ਼ਾਦਾ ਬਹੁਤ ਦੁਰਲੱਭ ਸੀ। ਇਹਦੇ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਾਨੂੰ ਤਾਂ ਪੁੱਜੇ ਹੋਏ ਛੋਲੇ ਦਿੰਦਾ ਤੇ ਸਾਧੂ ਮਹਾਤਮਾ ਨੂੰ ਕਣਕ ਦੇ ਪ੍ਰਸ਼ਾਦੇ, ਰੋਟੀਆਂ ਪਕਾ ਪਕਾ ਖਵਾਉਂਦਾ ਹੈ। ਮੁੰਡਿਆ ਮੁੰਡਿਆ ਹੋਏ ਕ ਇੱਕ ਮੇਰਾ ਮੁੰਡਾ ਤੇ ਇੱਕ ਸਿਰ ਮੁੰਨੇ ਬੈਰਾਗੀ ਸਾਧੂ, ਇਹ ਰਲ ਕੇ ਇੱਕੋ ਜਿਹੇ ਹੋ ਗਏ ਹਨ। ਇਹ ਮੁੰਡਿਆ ਬੂੜਤ ਕੀ ਟੇਕਾ। ਇਸ ਮੁੰਡੇ ਲੜਕੇ ਨੇ ਡੁੱਬਣ ਦੀ ਓਟ ਲੈ ਲਈ ਹੈ, ਭਾਵੇਂ ਕਿ ਹੁਣ ਡੁੱਬ ਜਾਏਗਾ, ਜਿਉਂਦਾ ਨਹੀਂ ਰਹਿ ਸਕਦਾ। ਜਾਂ ਮੇਰੇ ਇਸ ਲੜਕੇ ਨੇ ਡੁੱਬੇ ਹੋਏ ਭਾਵ ਸਾਧਾਂ ਦੀ ਓਟ ਲੈ ਲਈ ਹੈ। ਮਤਲਬ ਮਾਤਾ ਗਾਲੀ ਦੇ ਰਹੀ ਹੈ ਕਿ ਸਾਧੂ ਡੁੱਬੇ ਹੋਏ ਹਨ। ਜਦ ਸਾਰਾ ਕੁਝ ਮਾਤਾ ਕਹਿ ਰਹੀ ਸੀ, ਤਦ ਕਬੀਰ ਜੀ ਦੀ ਘਰ ਵਾਲੀ ਲੋਈ ਵੀ ਕੋਲ ਕੰਧ ਨਾਲ ਲੱਗੀ ਖੜੀ ਸੀ। ਜਾਂ ਉਸ ਵੇਲੇ ਲੋਈ ਨੇ ਹੁੰਗਾਰਾ ਭਰ ਦਿੱਤਾ ਮਾੜੇ ਕਰਮਾਂ ਨੂੰ ਕਿ ਹਾਂਜੀ ਮਾਂ ਜੀ, ਤੁਹਾਡੀ ਗੱਲ ਠੀਕ ਹੈ। ਤਦ ਕਬੀਰ ਦਾ ਮਾਂ ਤੇ ਤਾਂ ਕੋਈ ਜ਼ੋਰ ਨਹੀਂ ਚੱਲਿਆ, ਕਿਉਂਕਿ ਮਾਤਾ ਦਾ ਸਤਿਕਾਰ ਕਰਿਆ ਕਰਦੇ ਸਨ। ਮਾਤਾ ਅੱਗੇ ਨਹੀਂ ਬੋਲੇ, ਮਾਤਾ ਨੂੰ ਕੁਝ ਨਹੀਂ ਕਿਹਾ। ਉਹ ਜਿੰਨਾ ਗੁੱਸਾ ਸੀਗਾ ਘਰ ਵਾਲੀ ਤੇ ਕੱਢਤਾ। ਮਾਤਾ ਦੀ ਗੱਲ ਦਾ ਜਵਾਬ ਲੋਈ ਨੂੰ ਸੰਬੋਧਨ ਕਰਕੇ ਦਿੰਦੇ ਹੋਏ ਕਹਿੰਦੇ ਨੇ, ਇਹ ਮੁੰਡਿਆ ਬੂੜਤ ਕੀ ਟੇਕਾ। ਜਦ ਮਾਂ ਨੇ ਆਖਿਆ ਕਿ ਮੇਰੇ ਇਸ ਲੜਕੇ ਨੇ ਡੁੱਬੇ ਸਾਧਾਂ ਦੀ ਓਟ ਲਈ ਹੈ, ਤਾਂ ਕਬੀਰ ਜੀ ਕਹਿੰਦੇ ਹਨ, ਸੁਣ ਅੰਦਲੀ ਲੋਈ ਬੇਪੀਰਾ। ਇਹ ਅੰਨੀਏ, ਅਗਿਆਨ ਵਾਲੀਏ ਤੇ ਬੇਗੁਰੀਏ, ਬੇਮੁਰਸ਼ਦੀਏ ਲੋਈਏ, ਤੂੰ ਸੁਣਨਾ ਕਰ। ਐਸੇ ਪ੍ਰਕਾਰ ਸੁਣ ਅੰਦਲੀ ਲੋਈ ਬੇਪੀਰਾ। ਇਹ ਅਗਿਆਨ ਕਾਰਨ ਅੰਨੀ ਹੋਈ ਲੋਈਏ, ਸੁਣਨਾ ਕਰ। ਤੂੰ ਪੀੜਾ ਤੂੰ ਰਹਿਤ ਇੰਜ ਹੋਵੇਂਗੀ। ਐਨ ਮੁੰਡਿਆਂ ਪੰਜ ਸਰਨ ਕਬੀਰ। ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਜੇਕਰ ਇਹਨਾਂ ਸਾਧੂ ਮਹਾਤਮਾ ਦੀ ਓਟ ਵਿੱਚ ਦੌੜ ਕੇ ਭੱਜ ਕੇ ਭੈਣਾ ਕਰੇਂਗੀ ਤਾਂ ਤੇਰਾ ਭਲਾ ਹੋਵੇਗਾ। ਜਾਂ ਇਹਨਾਂ ਮਹਾਤਮਾ ਜਨਾਂ ਦੀ ਸ਼ਰਨ ਪੈ ਕੇ ਅਸਾਂ ਕਬੀਰ ਜਿਹੜਾ ਸਭ ਤੋਂ ਵੱਡਾ ਪਰਮੇਸ਼ਰ ਹੈ ਉਹਨੂੰ ਭਜਨਾ ਸਿਮਰਨਾ ਕੀਤਾ ਹੈ। ਜਾਂ ਇਹਨਾਂ ਮਹਾਤਮਾ ਜਨਾਂ ਦੁਆਰਾ ਪਰਮੇਸ਼ਰ ਦੀ ਸ਼ਰਨ ਵਿੱਚ ਭਜ ਪ੍ਰਾਪਤ ਹੋਣਾ ਕਰ। ਕਬੀਰ ਸਾਹਿਬ ਜੀ ਦੇ ਐਸੇ ਬਚਨ ਸੁਣ ਕੇ ਮਾਤਾ ਚੁੱਪ ਹੋ ਗਈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਐਸਾ ਸਿਧਾਂਤ ਕਥਨ ਕੀਤਾ ਹੈ ਕਿ ਭਾਵੇਂ ਸੰਬੰਧੀ ਕਿਸ ਤਰ੍ਹਾਂ ਵੀ ਤਕਲੀਫ ਦੇਵੇ, ਪਰਮੇਸ਼ਰ ਪ੍ਰਾਪਤੀ ਵਾਲਾ ਪ੍ਰੇਮ ਨਹੀਂ ਛੱਡਣਾ ਚਾਹੀਦਾ। ਜਾਂ ਜੇਕਰ ਕੋਈ ਸੰਬੰਧੀ ਸਤਸੰਗੀ ਬਣੇ ਤਾਂ ਉਹਨੂੰ ਸਤਸੰਗੀ ਬਣਾ ਲੈਣਾ ਚਾਹੀਦਾ। ਜਿਹੜਾ ਕੁਸੰਗਤ ਦੇ ਨਾਲ ਪ੍ਰੇਮ ਕਰਨ ਵਾਲਾ ਹੋਵੇ ਉਹਦੇ ਨੇੜੇ ਨਹੀਂ ਲੱਗਣਾ ਚਾਹੀਦਾ। ਇਸ ਲਈ ਇਹਦਾ ਅਰਥ ਇਹੀ ਸਮਝਣਾ ਕਿ ਜਿਵੇਂ ਕਿਵੇਂ ਕਰਕੇ ਆਪਣੇ ਸੰਬੰਧੀਆਂ ਨੂੰ ਸਤਸੰਗੀ ਬਣਾ ਕੇ ਭਲਾ ਕਰ ਦੇਣਾ ਚਾਹੀਦਾ। ਇਸ ਪਾਵਨ ਸ਼ਬਦ ਵਿੱਚ ਭਗਤ ਜੀ ਨੇ ਸਤਸੰਗਤ ਦੀ ਮਹਿਮਾ ਮਾਈ ਦੇ ਵਿਅੰਗ ਬਚਨਾਂ ਦੁਆਰਾ ਕਹੀ ਹੈ ਕਿ ਸਤਸੰਗਤ ਦੇ ਨਾਲ ਪ੍ਰੇਮ ਕਰਨਾ ਚਾਹੀਦਾ।
ਜੋ ਸਤ ਸੰਗਤ ਲੋਕ ਪਰਲੋਕ ਵਿੱਚ ਸਹਾਇਕ ਹੁੰਦੀ ਹੈ। ਹੁਣ ਇਸ ਪਾਵਨ ਸ਼ਬਦ ਦੇ ਪਹਿਲਾਂ ਆਪਣੇ ਬਾਹਰੀ ਅਰਥ ਸਰਵਣ ਕੀਤੇ ਨੇ। ਹੁਣ ਇਸੇ ਦੇ ਹੀ ਅੰਤਰੀ ਭਾਵ ਦੇ ਵਿੱਚ ਇੰਜ ਅਰਥ ਸਮਝਣਾ ਕਰੋ ਜੀ। ਐਨ ਮੁੰਡੀਆਂ ਭਜ ਸਰਨ ਕਬੀਰਾ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਨਾ ਮਹਾਤਮਾ ਜਨਾਂ ਦੀ ਓਟ ਦੇ ਵਿੱਚ ਪੈਣਾ ਕਰੋ। ਮਹਾਤਮਾ ਜਨਾਂ ਦੀ ਓਟ ਦੇ ਵਿੱਚ ਪੈ ਕੇ ਕੀ ਪ੍ਰਾਪਤ ਹੋਵੇਗਾ? ਮੂੰਡ ਪਲੋਸਾ ਕਮਰ ਬਦ ਪੋਥੀ। ਹੁਣ ਆਰੰਭ ਤੋਂ ਬਖਸ਼ਿਸ਼ ਕਰਦੇ ਨੇ ਕਿ ਮਹਾਤਮਾ ਜਨ ਮਨ ਰੂਪੀ ਸਿਰ ਨੂੰ ਕਿਰਪਾ ਰੂਪੀ ਹੱਥ ਨਾਲ ਪਲੋਸ ਦੇਣਗੇ। ਫਿਰ ਸਿੱਖਿਆ ਦੇਣਗੇ ਕਿ ਜੋ ਧਾਰਮਿਕ ਪੋਥੀਆਂ ਪਰਮੇਸ਼ਰ ਦੀ ਪ੍ਰਾਪਤੀ ਬਾਬਤ ਕਥਨ ਕਰਦੀਆਂ ਨੇ ਉਹਨਾਂ ਉੱਤੇ ਆਪਣਾ ਕਮਰ ਕੱਸਾ ਬੰਨ੍ਹਣਾ ਕਰੋ। ਭਾਵ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਬਣਾਉਣਾ ਕਰੋ। ਹਮ ਕਉ ਚਾਬਨ ਯੁਨ ਕਉ ਰੋਟੀ। ਅੰਗਤਾ ਮਮਤਾ ਨੂੰ ਚੱਬ ਦੇਵੋ, ਨਾਸ਼ ਕਰੋ। ਔਰ ਉਹਨਾਂ ਸੰਤ ਮਹਾਤਮਾ ਦੇ ਉਪਦੇਸ਼ ਦੁਆਰਾ ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਗੁਣਾਂ ਨੂੰ ਧਾਰਨ ਰੂਪ ਰੋਟੀ ਖਾਣਾ ਕਰੋ। ਟੂਟੇ ਤਾਗੇ ਨਖੁੱਟੀ ਪਾਨ। ਪਹਿਲਾਂ ਵਿੱਚੋਂ ਵਿੱਚੋਂ ਪੰਕਤੀਆਂ ਪੜ੍ਹੀਆਂ ਗਈਆਂ ਨੇ। ਹੁਣ ਆਰੰਭ ਤੋਂ ਬਖਸ਼ਿਸ਼ ਕਰਦੇ ਨੇ। ਐਸੇ ਸੰਤ ਮਹਾਤਮਾ ਦੇ ਉਪਦੇਸ਼ ਨੂੰ ਧਾਰਨ ਕਰਨ ਵਾਲੇ ਪੁਰਖਾਂ ਦੇ ਅੰਦਰੋਂ ਜਾਂ ਸੰਤਾਂ ਮਹਾਤਮਾ ਦੇ ਅੰਦਰੋਂ ਮੋਹ ਰੂਪੀ ਧਾਗੇ ਜਾਂ ਸੰਸਕਾਰਾਂ ਰੂਪੀ ਧਾਗੇ ਟੁੱਟ ਗਏ ਨੇ ਅਤੇ ਦੁਨੀਆ ਦੇ ਨਾਲ ਪ੍ਰੀਤ ਕਰਨ ਰੂਪ ਜਾਂ ਮਾਸ਼ਰਾ ਰੂਪੀ ਪਾਨ ਵੀ ਮੁੱਕ ਗਈ ਹੈ। ਭਾਵ ਸਾਰੀ ਵਾਸ਼ਨਾ ਸਮਾਪਤ ਹੋ ਚੁੱਕੀ ਹੈ। ਦੁਆਰੀ ਉੱਪਰ ਝਿਲਕਾਂ ਵਹ ਕਾਨ। ਦਰਬਾਰਿਆਂ ਵਾਲੇ ਸਰੀਰ ਦੇ 9 ਗੋਲਕਾਂ ਦੇ ਵਿਸ਼ਿਆਂ ਤੋਂ ਉੱਤੇ ਹੋ ਗਏ ਹਨ। ਇਸ ਕਰਕੇ ਉਹਨਾਂ ਦੇ ਅੰਦਰ ਕਾਨ ਕ੍ਰਿਸ਼ਨ ਆਦਿਕ ਰੂਪਾਂ ਨੂੰ ਧਾਰਨ ਕਰਨ ਵਾਲਾ ਪਰਮੇਸ਼ਰ ਅੰਦਰ ਝਿਲਕਾਵੇ ਹੈ, ਝਿਲਕਾਉਂਦਾ ਚਮਕਾਉਂਦਾ ਹੈ। ਇਸੇ ਪ੍ਰਕਾਰ ਦੁਆਰੀ ਉੱਪਰ ਝਿਲਕਾਂ ਵਹ ਕਾਨ। ਉਹ ਦੁਆਰਿਆਂ ਵਾਲੇ ਸਰੀਰ ਦੇ 9 ਗੋਲਕਾਂ ਦੇ ਵਿਸ਼ਿਆਂ ਤੋਂ ਉੱਪਰ ਹੋ ਗਏ ਨੇ। ਇਸੇ ਕਰਕੇ ਉਹਨਾਂ ਦਾ ਅੰਤःਕਰਨ ਰੂਪੀ ਕਾਨ ਚੇਤਨ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਸ਼ੁਭ ਗੁਣਾਂ ਦੇ ਸਹਿਤ ਸ਼ੁੱਧ ਹੋ ਕੇ ਚਮਕਾਉਂਦਾ ਹੈ। ਕੂਚ ਵਿਚਾਰੇ ਫੂਏ ਫਾਲ। ਜੋ ਫਾਲ ਪਦਾਰਥ ਫੂਏ ਫੈਲੇ ਹੋਏ ਸਨ ਉਹ ਸਭ ਕੂਚ ਕਰ ਜਾਣ ਵਾਲੇ ਭਾਵ ਨਾਸ਼ਵਾਨ ਵਿਚਾਰ ਨਾ ਕੀਤੇ ਨੇ। ਇਸੇ ਪ੍ਰਕਾਰ ਕੂਚ ਵਿਚਾਰੇ ਫੂਏ ਫਾਲ। ਜਦ ਗੁਰਾਂ ਦੁਆਰਾ ਪਰਮਾਰਥ ਦੀ ਵਿਚਾਰ ਕੀਤੀ ਤਦ ਗੁਰੂ ਉਪਦੇਸ਼ ਨੂੰ ਵਿਚਾਰਨੇ ਕਰਕੇ ਹਿਰਦੇ ਦੇ ਅੰਦਰੋਂ ਸਾਰੇ ਪਦਾਰਥਾਂ ਦੀ ਇੱਛਾ ਕੂਚ ਕਰ ਗਈ ਹੈ। ਇਸੇ ਪ੍ਰਕਾਰ ਕੂਚ ਵਿਚਾਰੇ ਫੂਏ ਫਾਲ। ਜਿਹੜੇ ਪਦਾਰਥ ਆਪਣੇ ਵਿੱਚ ਮੋਹ ਲਾਉਣ ਵਾਸਤੇ ਫੁੰਕਾਰੇ ਮਾਰ ਰਹੇ ਸੀ, ਭਾਵ ਆਪਣੇ ਭੋਗਾਂ ਵਾਸਤੇ ਖਿਚਾ ਖਿਚੀ ਕਰ ਰਹੇ ਸੀ, ਉਹ ਗੁਰਾਂ ਦੁਆਰਾ ਸਰੂਪ ਨੂੰ ਵਿਚਾਰ ਨਹੀਂ ਕਰਕੇ ਫੁੰਕਾਰੇ ਮਾਰਨੋਂ ਕੂਚ ਕਰਕੇ ਚਲੇ ਗਏ ਨੇ। ਭਾਵ ਬੁੱਧੀ ਨੇ ਮਿਥਿਆ ਨਿਸ਼ਚੇ ਕਰ ਲਏ ਹਨ। ਇਹ ਜਿਹੜਾ ਹੁਣ ਜੀਵ ਹੈ ਯਾ ਮੁੰਡੀਆਂ ਸਿਰ ਚੜਬੋ ਕਾਲ। ਇਹ ਜੀਵ ਆਤਮਾ ਰੂ ਮੁੰਡਿਆ ਹੁਣ ਕਾਲ ਦੇ ਸਿਰ ਉੱਪਰ ਜਾ ਚੜਿਆ। ਭਾਵ ਬ੍ਰਹਮ ਗਿਆਨੀ ਦੀ ਜੀਵ ਆਤਮਾ ਦੇ ਤਾਈਂ ਕਾਲ ਪੋ ਨਹੀਂ ਸਕਦਾ ਹੈ। ਇਹ ਮੁੰਡੀਆ ਸਗਲੂ ਦਰਬ ਖੋਈ। ਇਹੋ ਮੁੰਡਿਆ ਇਹ ਜੀਵ ਆਤਮਾ ਰੂਪੀ ਮੁੰਡਿਆਂ ਨੇ ਸਗਲੋ ਦਰਬ ਖੋਈ ਸਤਸੰਗੀ ਬਣ ਕੇ
ਸਾਰਾ ਆਸਰੀ ਸੰਪਦਾ ਰੂਪੀ ਧਨ ਅੰਦਰੋਂ ਗਵਾ ਲਿਆ ਹੈ। ਮਤਲਬ ਔਗਣ ਅਤੇ ਵਿਕਾਰ ਖਤਮ ਕਰ ਦਿੱਤੇ ਹਨ। ਆਵਤ ਜਾਤ ਨਾਕ ਸਰ ਹੋਈ। ਇਸ ਕਰਕੇ ਉਹਨਾਂ ਨੂੰ ਜਨਮ ਧਾਰ ਕੇ ਆਉਣ ਤੇ ਮਰ ਕੇ ਜਾਣ ਦੀ ਕਸਰ ਬਿਮਾਰੀ ਨਹੀਂ ਹੁੰਦੀ, ਜਾਂ ਉਹਨਾਂ ਦਾ ਆਉਣਾ ਤੇ ਜਾਣਾ ਨਾਕ ਸਵਰਗ ਆਦਿਕਾਂ ਮੇ ਜਾਣ ਦੀ ਵਾਸ਼ਨਾ ਤੇ ਪਾਪਾਂ ਕਰਕੇ ਨਰਕਾਂ ਆਦਿਕ ਵੇ ਜਾਣਾ, ਇਹ ਸਾਰੇ ਉਹਨਾਂ ਨੇ ਸਰ ਜਿੱਤ ਲਏ ਹਨ। ਤੁਰੀ ਰਹਾਓ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਤੁਰੀ ਨਾਰ ਕੀ ਛੋਡੀ ਬਾਤਾਂ। ਤੁਰੀ ਅਵਸਥਾ ਵਿੱਚ ਸਥਿਤ ਹੋ ਕੇ ਜੋ ਨਾਰੀ ਮਾਇਆ ਇਹਦੀ ਗੱਲ ਹੀ ਛੱਡ ਦਿੱਤੀ ਹੈ, ਜਾਂ ਮਾਇਆ ਦੀ ਵਾਸ਼ਨਾ ਵੀ ਅੰਦਰੋਂ ਛੱਡ ਦਿੱਤੀ ਹੈ, ਫਿਰ ਚੇਸ਼ਟਾ ਵਾਸਤੇ ਕੋਈ ਕਿਰਿਆ ਵੀ ਕਰਦੇ ਹੋਣਗੇ। ਰਾਮ ਨਾਮ ਵਾਕਾ ਮਨ ਰਤਾ। ਕਹਿੰਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਉਹਨਾਂ ਦਾ ਮਨ ਹਰ ਵਕਤ ਰੰਗਿਆ ਰਹਿੰਦਾ ਹੈ। ਲੜਕੀ ਲੜਕਨ ਖੈਬੋ ਨਾਹੇ। ਉਹਨਾਂ ਦੀਆਂ ਲੜਕੀ ਭਾਵ ਇੰਦਰੀਆਂ ਵਿਸ਼ਿਆਂ ਰੂਪ ਜਾਂ ਪਦਾਰਥਾਂ ਨੂੰ ਖਾਣਾ ਨਹੀਂ ਕਰਦੀਆਂ, ਭਾਵ ਵਿਸ਼ਿਆਂ ਨੂੰ ਭੋਗਣ ਦੀ ਇੱਛਾ ਨਹੀਂ ਕਰਦੀਆਂ। ਇਸੇ ਪ੍ਰਕਾਰ ਲੜਕੀ ਲੜਕਨ ਖੈਬੋ ਨਾਹੇ। ਬੁੱਧ ਰੂਪ ਲੜਕੀ ਪਦਾਰਥਾਂ ਨੂੰ ਲੜਕੇ ਨੂੰ ਨਹੀਂ ਖਾਂਦੀ, ਭਾਵ ਜੋ ਬੁੱਧੀ ਦੇ ਅੰਦਰ ਪਦਾਰਥਾਂ ਨੂੰ ਭੋਗਣ ਦੀ ਇੱਛਾ ਲੱਗੀ ਰਹਿੰਦੀ ਸੀ ਉਹ ਹੁਣ ਨਹੀਂ ਹੈ। ਇਹ ਮੁੰਡਿਆਨ ਦਿਨ ਧਾਪੇ ਜਾਹੇ। ਜੀਵ ਆਤਮਾ ਰੂ ਮੁੰਡਿਆ ਰਾਤ ਦਿਨ ਬ੍ਰਹਮ ਗਿਆਨ ਬ੍ਰਹਮਾਨੰਦ ਰੂਪ ਭੋਜਨ ਕਰਕੇ ਰੱਜਿਆ ਹੋਇਆ ਜਾਂਦਾ, ਜਾਂ ਇਸੇ ਪ੍ਰਕਾਰ ਮੁੰਡਿਆਨ ਦਿਨ ਧਾਪੇ ਜਾਹੇ। ਉਹਨਾਂ ਮੁੰਡੀਆਂ ਮਹਾਤਮਾ ਦੀ ਵਧੀਆ ਰੂਪ ਰਾਤ ਨਿਮਰਤ ਹੋ ਗਈ ਹੈ, ਔਰ ਉਹ ਹਰ ਵਕਤ ਦਿਨ ਭਾਵ ਗਿਆਨ ਰੂਪੀ ਭੋਜਨ ਕਰਕੇ ਰੱਜੇ ਰਹਿੰਦੇ ਹਨ। ਇੱਕ ਦੋਏ ਮੰਦਰ ਇੱਕ ਦੋਏ ਬਾਟ। ਉਹਨਾਂ ਨੇ ਦੋ ਤੋਂ ਇੱਕ ਭਾਵ ਜੀਵ ਈਸ਼ ਦੀ ਏਕਤਾ ਕਰਨ ਵਾਲੇ ਪਰਮੇਸ਼ਰ ਦੇ ਸੱਚੇ ਤੇ ਆਨੰਦ ਰੂਪ ਲੱਖਣ ਵਾਲੇ ਆਪਣੇ ਅੰਤःਕਰਨ ਰੂਪੀ ਮੰਦਰ ਦੇ ਵਿੱਚ ਲਿਆਉਣਾ ਕੀਤੇ ਹਨ, ਅਤੇ ਜਿਹੜੇ ਇੱਕ ਤੋਂ ਦੋ ਕਰਨ ਵਾਲੇ ਸੱਤ ਜੜ ਦੁੱਖ ਰੂਪ ਮਾਇਆ ਦੇ ਸੁਭਾਅ ਨੇ ਉਹਨਾਂ ਨੂੰ ਬਾੜ ਰਸਤੇ ਪਾ ਦਿੱਤਾ, ਭਾਵ ਦੂਰ ਕਰ ਦਿੱਤਾ ਹੈ। ਇਸੇ ਪ੍ਰਕਾਰ ਇੱਕ ਦੋਏ ਮੰਦਰ ਇੱਕ ਦੋਏ ਬਾਟ। ਦੋ ਤੋਂ ਇੱਕ ਕਰਨ ਵਾਲਾ ਬ੍ਰਹਮ ਗਿਆਨ ਹਿਰਦੇ ਰੂਪੀ ਘਰ ਵਿੱਚ ਲਿਆਂਦਾ ਹੈ, ਅਤੇ ਇੱਕ ਤੋਂ ਦੋ ਕਰਨ ਵਾਲੇ ਭਾਵ ਦੁੰਦਬਾਦ ਪਾਉਣ ਵਾਲੇ ਅਗਿਆਨ ਨੂੰ ਰਸਤੇ ਪਾ ਦਿੱਤਾ, ਦੂਰ ਕਰ ਦਿੱਤਾ, ਜਾਂ ਵਿਵੇਕ ਰੂਪ ਤਲਵਾਰ ਨਾਲ ਅੰਦਰੋਂ ਬਾਟ ਕੱਢ ਦਿੱਤਾ ਹੈ। ਹਮਕੋ ਸਾਤਰਿਯਨ ਕਉ ਖਾਟ। ਹੰਗਤਾ ਮਮਤਾ ਦੇ ਤਾਈ ਸੱਥਰ ਪਾੜ ਦਿੱਤਾ, ਭਾਵ ਹੰਗਤਾ ਮਮਤਾ ਅੰਦਰੋਂ ਨਾਸ਼ ਕਰ ਦਿੱਤੀ ਹੈ। ਔਰ ਉਹਨਾਂ ਨੇ ਸਤਸੰਗ ਦੁਖ ਦਇਆ ਧਰਮ ਵਿਚਾਰ ਆਦਿਕ ਸ਼ੁਭ ਗੁਣਾਂ ਦੀ ਖੱਟੀ ਖੱਟ ਲਈ, ਭਾਵ ਸ਼ੁਭ ਗੁਣ ਹਿਰਦੇ ਦੇ ਵਿੱਚ ਧਾਰਨ ਕਰ ਲਏ ਹਨ। ਇਸੇ ਪ੍ਰਕਾਰ ਇੱਕ ਦੋਏ ਮੰਦਰ ਇੱਕ ਦੋਏ ਬਾਟ। ਇੱਕ ਤੇ ਦੋ ਭਾਵ ਤਿੰਨ ਅਸਥੀ ਭਾਂਤੀ ਪ੍ਰੇਤਾ ਰੂਪ ਨੂੰ ਹਿਰਦੇ ਦੇ ਅੰਦਰ ਲਿਆਂਦਾ ਹੈ। ਇੱਕ ਤੇ ਦੋ ਭਾਵ ਤਿੰਨ ਰਾਜਸੀ ਤਾਮਸੀ ਸਾਂਦਕੀ ਸੁਭਾਅ ਨੂੰ ਬਾਟ ਵੰਡ ਦਿੱਤਾ, ਭਾਵ ਦੂਰ ਕਰ ਦਿੱਤਾ। ਇਸੇ ਤਰ੍ਹਾਂ ਇੱਕ ਦੋਏ ਮੰਦਰ ਇੱਕ ਦੋਏ ਬਾਟ। ਇੱਕ ਤੇ ਦੋ ਤਿੰਨ ਸ਼ਰਵਣ ਮੰਨਣ ਅਧਿਆਸਨ ਨੂੰ ਅੰਤःਕਰਨ ਦੇ ਮੰਦਰ ਅੰਦਰ ਲਿਆਂਦਾ। ਇੱਕ ਤੇ ਦੋ ਤਿੰਨ ਵਖੇਪ ਸ਼ਕਤੀ ਅਵਰਨ ਸ਼ਕਤੀ ਤੇ ਨਿਦਤ ਪੁਣੇ ਨੂੰ ਰਸਤੇ ਵਿੱਚ ਪਾ ਦਿੱਤਾ।
ਇਸੇ ਪ੍ਰਕਾਰ ਇਕ ਦੋਏ ਮੰਦਰ ਇਕ ਦੋਏ ਬਾਟ, ਦੋ ਤੋਂ ਇੱਕ ਕਰਨ ਵਾਲੇ ਗੁਰਾਂ ਦੇ ਉਪਦੇਸ਼ ਨੂੰ ਆਪਣੇ ਅੰਦਰ ਲਿਆਂਦਾ ਹੈ ਅਤੇ ਇੱਕ ਤੋਂ ਦੋ ਕਰਨ ਵਾਲੀ ਦਵੈਤ ਨੂੰ ਵੰਡ ਟੁਕੜੇ ਟੁਕੜੇ ਕਰ ਦਿੱਤਾ ਹੈ। ਹਮ ਕਉ ਸਾਥਰ ਉਨ ਕਉ ਖਾਟ, ਭੰਗਤਾ ਮਮਤਾ ਦੇ ਤਾਈ ਉਹਨਾਂ ਨੇ ਸੱਥਰ ਵਿਛਾ ਦਿੱਤਾ ਹੈ, ਮਤਲਬ ਢੇਰ ਕਰ ਦਿੱਤਾ, ਪਾੜ ਸੁੱਟਿਆ, ਨਾਸ਼ ਕਰ ਦਿੱਤੀ ਹੈ। ਤੇ ਜੋ ਸ਼ੁਭ ਗੁਣ ਨੇ ਬਿਨ ਗੁਣ ਕੀਤੇ ਭਗਤ ਨਾ ਹੋਏ, ਸਿਰਵਣ ਮੰਨਣ ਦੀ ਆਸਨ ਸਤ ਸੰਦੋਗ ਦਿਆ ਧਰਮ ਵਿਚਾਰ ਆਦਿਕ, ਇਹ ਸ਼ੁਭ ਗੁਣਾਂ ਦੀ ਖੱਟੀ ਖੱਟ ਲਈ ਹਿਰਦੇ ਵਿੱਚ ਧਾਰਨ ਕਰ ਲਏ ਹਨ। ਮੂੰਡ ਪਲੋਸਾਇ ਕਮਰ ਬੱਧ ਪੋਥੀ, ਜਗਿਆਸੂ ਦਾ ਮਨ ਰੂਪੀ ਸਿਰ ਸਤਿਗੁਰੂ ਜੀ ਕਿਰਪਾ ਰੂਪੀ ਹੱਥ ਨਾਲ ਪਲੋਸਦੇ ਨੇ, ਭਾਵ ਦਿਲਾਸਾ ਦਿੰਦੇ ਨੇ ਕਿ ਆਪਣੇ ਕਮਰ ਕੱਸੇ ਧਾਰਮਿਕ ਪੋਥੀਆਂ ਨੂੰ ਬੰਨ੍ਹ ਲੈਣਾ ਕਰ, ਭਾਵ ਜੋ ਵੇਦ ਸ਼ਾਸਤਰ ਗਿਆਨ ਸਰੂਪ ਦੀ ਬਾਬਤ ਕਥਨ ਕਰਦੇ ਨੇ ਉਹਨਾਂ ਨੂੰ ਧਾਰਨ ਕਰਨ ਲੱਗ ਜਾਣਾ ਕਰ। ਹਮ ਕਉ ਚਾਪਨ ਉਨ ਕਉ ਰੋਟੀ, ਹੰਗਤਾ ਮਮਤਾ ਨੂੰ ਚੱਬ ਸੁੱਟ, ਭਾਵ ਅੰਦਰੋਂ ਅੰਦਰ ਨਾਸ਼ ਕਰ ਦੇ, ਅਰ ਉਹਨਾਂ ਸਤ ਸੰਦੋਗ ਆਦਿ ਗੁਣਾਂ ਨੂੰ ਰੋਟੀ ਦੀ ਨਿਆਈ ਖਾਣਾ ਕਰ, ਭਾਵ ਧਾਰਨ ਕਰਨਾ ਕਰ। ਮੁੰਡਿਆ ਮੁੰਡਿਆ ਹੂਏ ਏਕਾ, ਮੁੰਡਿਆ ਜੀਵ ਆਤਮਾ ਤੇ ਮੁੰਡਿਆ ਈਸ਼ਰ, ਇਹ ਦੋਵੇਂ ਇੱਕੋ ਹੀ ਰੂਪ ਹੋ ਗਏ, ਭਾਵ ਸਤ ਚਿਤ ਆਨੰਦ ਸਰੂਪ ਜੀਵ ਹੈ ਤੇ ਸਤ ਚਿਤ ਆਨੰਦ ਰੂਪ ਈਸ਼ਰ ਦਾ ਸਰੂਪ ਹੈ। ਇਉਂ ਏ ਮੁੰਡਿਆ ਬੂੰਡਤ ਕੀ ਟੇਕਾ, ਇਹ ਮੁੰਡਿਆ ਬ੍ਰਹਮ ਗਿਆਨੀ ਜੀਵਨ ਮੁਕਤ ਪੁਰਖ ਸੰਸਾਰ ਸਮੁੰਦਰ 'ਚ ਡੁੱਬਦੇ ਹੋਏ ਜੀਵਾਂ ਨੂੰ ਤਾਰਨ ਵਾਸਤੇ ਓਟ ਆਸਰਾ ਰੂਪ ਹੋ ਗਏ ਹਨ। ਸੋਨੇ ਅੰਦਲੀ ਲੋਈ ਬੇਪੀਰ, ਇਹ ਮਨ ਮੁਦਰੂਪ ਨੇਤਰਾਂ ਵਿੱਚ ਵਿਚਾਰ ਰੂਪ ਨਿਗਾਹ ਤੋਂ ਹੀਣੀ ਅੰਨੀ ਲੋਕਾਈ ਸ੍ਰਿਸ਼ਟੀ ਏ। ਇਨ ਮੁੰਡੀਆਂ ਭਜ ਸਰਨ ਕਬੀਰ, ਸਾਡੀ ਸੁਖਿਆ ਨੂੰ ਸੁਣਨਾ ਕਰ, ਫਿਰ ਤੂੰ ਜੰਮਣ ਮਰਨ ਦੀ ਪੀੜਾ ਤੋਂ ਰਹਿਤ ਹੋ ਜਾਏਂਗੀ। ਕਿਹੜੀ ਸਿੱਖਿਆ? ਭਗਤ ਕਬੀਰ ਜੀ ਕਥਨ ਕਰਦੇ ਕਿ ਇਹਨਾਂ ਮੁੰਡੀਆਂ ਬ੍ਰਹਮ ਵੇਤੇ ਮਹਾਤਮਾ ਜਨਾਂ ਦੀ ਭੱਜ ਕੇ ਸ਼ਰਨ 'ਚ ਪੈਣਾ ਪਵੇਗਾ, ਫਿਰ ਆਵਾ ਗਾਉਣ ਤੇਰਾ ਮਿਟ ਜਾਵੇਗਾ। ਗੋਂਡ ਕੋਈ ਸ਼ਾਹੂਕਾਰ ਮਾਇਆ ਦੀ ਬਹੁਤੀ ਸਿਫਤ ਕਰ ਰਿਹਾ ਸੀ, ਉਹਨੂੰ ਵੇਖ ਕੇ ਭਗਤ ਜੀ ਨੇ ਭਾਮਣ ਸ਼ਬਦ ਉਚਾਰਨ ਕੀਤਾ ਗੌਂਡ ਰਾਗ ਦੇ ਵਿੱਚ। ਖਸਮ ਮਰੈ ਤੋ ਨਾਰਨ ਰੋਵੈ, ਇਹ ਭਾਈ ਜਦ ਮਾਇਆ ਦਾ ਜਿਹੜਾ ਖਸਮ ਮਾਲਕ ਧਨੀ ਪੁਰਖ ਸ਼ਾਹੂਕਾਰ ਮਰ ਜਾਵੇ ਤਦ ਜਿਹੜੀ ਨਰ ਮਾਇਆ ਹੈ, ਨਾਰੀ ਮਾਇਆ, ਇਹ ਮਾਇਆ ਰੂਪੀ ਨਾਰ ਰੋਂਦੀ ਨਹੀਂ ਹੈ, ਕਿਉਂਕਿ ਉਸ ਰਖਵਾਰਾ ਔਰ ਹੋਵੈ, ਉਸ ਮਾਇਆ ਦਾ ਰਖਵਾਲਾ ਹੋਰ ਪੁਰਖ ਹੋ ਜਾਂਦਾ ਹੈ। ਰਖਵਾਰੇ ਕਾ ਹੋਏ ਵਿਨਾਸ਼, ਜਦ ਮਾਇਆ ਦਾ ਜਿਹੜਾ ਰਖਵਾਲਾ ਹੈ, ਦੂਜਾ ਰੱਖਿਆ ਕਰਨ ਵਾਲਾ, ਉਹਦਾ ਵੀ ਨਾਸ਼ ਹੋ ਜਾਂਦਾ। ਭਾਵ ਜਦ ਮਾਇਆ ਦਾ ਰਖਵਾਲਾ ਹੋ ਕੇ ਬੁਰੇ ਪਾਸੇ ਮਾਇਆ ਨੂੰ ਸ਼ਰਾਬ ਕਬਾਬ 'ਚ ਵਰਤਦਾ ਹੈ। ਆਗੇ ਨਰਕ ਇਹਾ ਭੋਗ ਬਿਲਾਸ, ਇੱਥੇ ਤਾਂ ਮਾਇਆ ਨੂੰ ਭੋਗਣ ਦਾ ਆਨੰਦ ਮਾਣ ਲਿਆ, ਭਾਵ ਮਾਇਆ ਨਾਲ ਪਾਪ ਕਰਮ ਕਮਾਉਂਦਾ ਤੇ ਅੱਗੇ ਪਰਲੋਕ ਵਿੱਚ ਜਾ ਕੇ ਨਰਕਾਂ 'ਚ ਪੈਂਦਾ, ਫਿਰ ਇਹ ਮਾਇਆ ਦੰਡ ਦਿਵਾਉਂਦੀ ਹੈ। ਏਕ ਸੁਹਾਗਨ ਜਗਤ ਪਿਆਰੀ, ਇੱਕ ਮਾਇਆ ਸੁਹਾਗਮੰਦੀ ਬਣੀ ਬੈਠੀ ਹੈ ਤੇ ਦੂਜੇ ਸਾਰੇ ਸੰਸਾਰ ਦੀ ਪਿਆਰੀ ਹੈ। ਕਉ ਕਬੀਰ ਸੰਤਨ ਕੀ ਬੈਰਨ
तीन लोक की प्यारी। सगले जी जंत की नारी। ਇਹ ਮਾਇਆ ਸਾਰੇ ਸੂਖਮ ਸਥੂਲ ਜੀਵਾਂ ਦੀ ਜੀ ਵੱਡੇ ਸੂਖਮ ਸਥੂਲ ਜੀਵ ਤੇ ਜੰਤ ਸੂਖਮ ਜੀਵ, ਇਹਨਾਂ ਦੀ ਇਸਤਰੀ ਬਣੀ ਬੈਠੀ ਹੈ, ਘਰ ਦੀ ਮਾਲਕ ਬਣੀ ਬੈਠੀ ਹੈ। ਭਾਵ ਸਾਰਿਆਂ ਦਾ ਇਹਨੂੰ ਭੋਗਣ ਦਾ ਚਿੱਤ ਕਰਦਾ ਰਹਿੰਦਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਸੁਹਾਗਨ ਗਲ ਸੋਹੈ ਹਾਰ। ਸੁਹਾਗਵੰਦੀ ਮਾਇਆ ਦੀ ਗਲ ਵਿੱਚ ਜੀਵਾਂ ਨੂੰ ਮੋਹਿਤ ਕਰਨ ਲਈ ਪਦਾਰਥਾਂ ਦਾ ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਰੂਪੀ ਹਾਰ ਸ਼ੋਭ ਰਹੇ ਹਨ। ਇਸੇ ਪ੍ਰਕਾਰ ਸੁਹਾਗਣ ਗਲ ਸੋਹੈ ਹਾਰ। ਮਾਇਆ ਚੇਤਨ ਰੂਪ ਹੋ ਕੇ ਵਿਕਾਰੀ ਲੋਕਾਂ ਦੇ ਮਨ ਨੂੰ ਮੋਹਣ ਲਈ ਸਦਾ ਸ਼ੋਭਨੀਕ ਬਣੀ ਰਹਿੰਦੀ ਹੈ। ਅੰਤ ਕੋ ਵੇਖਾ ਬਿਗਸੈ ਸੰਸਾਰ। ਸੰਸਾਰ ਜਗਤ ਇਸ ਮਾਇਆ ਨੂੰ ਵੇਖ ਕੇ ਵਿਕਸੈ ਪ੍ਰਸੰਨ ਹੁੰਦਾ ਹੈ ਤੇ ਸੰਤ ਮਹਾਤਮਾ ਜਨਾਂ ਨੂੰ ਇਹ ਜ਼ਹਿਰ ਦੀ ਤਰ੍ਹਾਂ ਨਿਗਾਹ ਵਿੱਚ ਆਉਂਦੀ ਹੈ। ਕਰ ਸਿਗਾਰ ਬਹਿ ਪਖਿਆਰੀ। ਇਹ ਜਿਹੜੀ ਮਾਇਆ ਹੈ ਪਖਿਆਰੀ ਵੇਸਵਾ ਦੀ ਤਰ੍ਹਾਂ ਸ਼ਿੰਗਾਰ ਕਰ ਕਰਕੇ ਬੈਠਦੀ ਹੈ। ਇਸੇ ਪ੍ਰਕਾਰ ਕਰ ਸਿਗਾਰ ਬਹਿ ਪਖਿਆਰੀ। ਪਦਾਰਥਾਂ ਨੂੰ ਵੀ ਸ਼ਿੰਗਾਰ ਕਰ ਕਰਕੇ ਮਾਇਆ ਬੈਠਦੀ ਹੈ। ਜਾਂ ਚੇਤਨ ਮਾਇਆ ਵੇਸਵਾ ਰੂਪ ਹੋ ਕੇ ਸਹੁਰੇ ਤੇ ਪੇਕੇ ਘਰ ਦੇ ਪੱਖ ਨੂੰ ਆਰੀ ਦੀ ਤਰ੍ਹਾਂ ਕੱਟਣ ਵਾਲੀ ਹੈ, ਪੱਟ ਦਿੰਦੀ ਹੈ। ਆਉਂਦਿਆਂ ਸਾਰੀ ਲੜਾਈ ਕਰਾ ਦਿੰਦੀ, ਭਰਾਵਾਂ 'ਚ ਮਾਂ ਨਾਲ ਨਹੀਂ ਬਣਨ ਦਿੰਦੀ। ਪਿਓ ਦੀ ਜਾਇਦਾਦ ਸੋ ਵੰਡ ਕੇ ਤੇ ਖਰਾਬ ਕਰ ਦਿੰਦੀ ਹੈ। ਇਸੇ ਪ੍ਰਕਾਰ ਕਰ ਸਿਗਾਰ ਬਹਿ ਪਖਿਆਰੀ। ਜਦ ਪੇਕੇ ਕਰ ਜਾਂਦੀ ਹੈ ਤੇ ਭਰਾਵਾਂ ਭਾਬੀਆਂ 'ਚ ਲੜਾਈ ਕਰਾ ਕੇ ਉਹਨਾਂ ਦਾ ਘਰ ਪੱਟ ਦਿੰਦੀ ਹੈ। ਪੱਖੀ ਸਿਰਕੀਆਂ ਤੋਂ ਸਰਕੜੇ ਦੀਆਂ ਛਪਰੀਆਂ ਨੂੰ ਕਹਿੰਦੇ ਨੇ, ਅਰਥਾਤ ਕਾਨੇ ਦੇ ਘਰ ਵਿੱਚ ਸੋ ਰਹਿਣ ਵਾਲੀ ਸੀਗੀ, ਜਾਂ ਕਾਨੇ ਆਦਿਕ ਦੀ ਆਲੀ ਭਾਵ ਘਰ ਵਿੱਚ ਰਹਿਣ ਵਾਲੀ ਨੂੰ ਵੇਸ਼ਵਾ ਕਹਿੰਦੇ ਨੇ। ਇਹ ਜਿਹੜੀ ਮਾਇਆ ਹੈ ਸੋ ਐਸੀ ਹੈ। ਪੁਰਾਣੇ ਸਮੇਂ 'ਚ ਬਾਦਸ਼ਾਹਾਂ ਦੇ ਹੁਕਮ ਅਨੁਸਾਰ ਵੇਸ਼ਵਾਵਾਂ ਨੂੰ ਨਗਰ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਉਹ ਨਗਰ ਤੋਂ ਦੂਰ ਬਾਹਰ ਕਾਨਿਆਂ ਦੀਆਂ ਛਪਰੀਆਂ ਬਣਾ ਕੇ ਰਹਿੰਦੀਆਂ ਸਨ। ਉਹਨਾਂ ਘਰਾਂ ਨੂੰ ਪੱਖਾ ਜਾਂ ਪਖੀਆਂ ਕਹਿੰਦੇ ਸਨ। ਇਹ ਜਿਹੜੀ ਮਾਇਆ ਹੈ ਪਖਿਆਰੀ ਦੀ ਤਰ੍ਹਾਂ, ਵੇਸਵਾ ਦੀ ਛੰਨ ਦੀ ਤਰ੍ਹਾਂ, ਤੇ ਉਹਨਾਂ ਵਿੱਚ ਰਹਿਣ ਕਰਕੇ ਇਹਦਾ ਨਾਮ ਪਖਿਆਰੀ। ਮਤਲਬ ਜਿਵੇਂ ਇਹ ਵੇਸਵਾ ਬਹੁਤੇ ਮਾਲਕ ਕਰਦੀ ਹੈ, ਇਹ ਉਹ ਮਾਇਆ ਆ ਸੜੇ ਫੁੱਕੇ ਜੇ ਨੋਟ ਪਤਾ ਨਹੀਂ ਕਿੰਨਾ ਦੇ ਹੱਥਾਂ ਦਾ ਨਹੀਂ ਵੇਚਦੀ ਹੁੰਦੀ ਆਉਂਦੇ ਨੇ, ਤੇ ਉਹ ਮੇਰੇ ਵਰਗੇ ਮਾਲਕ ਬਣ ਕੇ ਬੈਠ ਜਾਂਦੇ ਵੀ ਮੈਂ ਇਹਦਾ ਮਾਲਕ ਹੀ ਹਾਂ। ਤੋ ਇੰਜ ਜਿਹਦੇ ਨਾਲ ਲੱਗਦੀ, ਜਿਹਦੇ ਹੱਥ 'ਚ ਆਉਂਦੀ, ਉਹਨੂੰ ਭੁਲੇਖਾ ਪਾ ਦਿੰਦੀ ਵੀ ਇਹ ਸੋ ਤੂੰ ਮੇਰਾ ਮਾਲਕ ਹੈ। ਐਸੀ ਇਹ ਪਖਿਆਰੀ ਦੀ ਤਰ੍ਹਾਂ ਹੈ। ਸੰਤ ਕੀ ਠਿਠਕੀ ਫਿਰੈ ਵਿਚਾਰੀ। ਸੰਤ ਮਹਾਤਮਾ ਜਨਾਂ ਦੀ ਇਹ ਫਟਕਾਰੀ ਝੜਕੀ ਹੋਈ ਗਰੀਬਣੀ ਬਣੀ ਫਿਰਦੀ ਹੈ ਤੇ ਮਾਇਆਧਾਰੀਆਂ ਦੇ ਘਰ ਦੇ ਵਿੱਚ ਇਹਨੂੰ ਧੂਫਾਂ ਧੁਖਦੀਆਂ ਨੇ। ਇਹਦੀ ਪੂਜਾ ਹੁੰਦੀ ਹੈ, ਘਿਓ ਦੀਆਂ ਜੋਤਾਂ ਲੋਕ ਜਗਾਉਂਦੇ ਨੇ। ਸੰਤ ਭਾਗ ਉਹ ਪਾਛੈ ਪਾਰੈ। ਪਰ ਸੰਤਾਂ ਦੀ ਫਟਕਾਰੀ ਹੋਈ ਹੈ। ਸਫਲ ਹੋਣ ਲਈ ਸੰਤ ਮਹਾਤਮਾ ਜਨਾਂ ਦੇ ਭੱਜ ਕੇ ਪਿੱਛੇ ਪੈ ਜਾਂਦੀ, ਭਾਵ ਸ਼ਰਨ ਵਿੱਚ ਪੈ ਜਾਂਦੀ ਹੈ, ਕਿਉਂਕਿ ਸੰਤ ਜਨ ਇਹਨੂੰ ਮਿਥਿਆ ਨਿਸ਼ਚੈ ਕਰਾ ਦਿੰਦੇ ਹਨ। ਇਸੇ ਪ੍ਰਕਾਰ ਸੰਤ ਭਾਗੈ ਉਹ ਪਾਛੈ ਪਾਰੈ। ਜਿਹੜੇ ਮੇਰੇ ਵਰਗੇ ਪਖੰਡੀ ਸੰਤ ਨੇ ਉਹਨਾਂ ਨੂੰ ਤਾਂ ਬੜੋਚ ਦੀ ਮਿੰਟ 'ਚ ਆਮ ਬੰਦੇ ਵੱਲ ਘੱਟ ਵੇਖਦੀ ਹੈ।
ਮਤਲਬ ਜਿਹੜੇ ਬਹੁਤੇ ਮਹਾਤਮਾ ਬਣ ਬਹਿੰਦੇ ਨੇ ਉਹਨਾਂ ਦੇ ਮਗਰ ਭੱਜ ਕੇ ਉਹਨਾਂ ਨੂੰ ਸੁੱਟ ਲੈਂਦੀ ਹੈ, ਤੇ ਜਿਹੜੇ ਆਮ ਨੇ ਤੇ ਉਹ ਇਹਨੂੰ ਲੱਭਦੇ ਫਿਰਦੇ ਹਨ। ਉਹਨਾਂ ਨੂੰ ਤਾਂ ਪਤਾ ਹੀ ਆ ਵੀ ਇਹ ਤਾਂ ਮੇਰੇ ਹੀ ਨੇ। ਇਸੇ ਪ੍ਰਕਾਰ ਸੰਤ ਭਾਗ ਇਹ ਪਾਛੈ ਪਾਰੈ, ਜਿਨ੍ਹਾਂ ਮਹਾਤਮਾ ਜਨਾਂ ਤੇ ਪਾਤਸ਼ਾਹ ਜੀ ਕਥਨ ਕਰਦੇ ਨੇ, ਗੁਰ ਪ੍ਰਸਾਦੀ ਮਾਰਹੁ ਡਾਰੈ। ਜਿਨ੍ਹਾਂ ਮਹਾਤਮਾ ਦੇ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਉਹਨਾਂ ਮਹਾਤਮਾ ਜਨਾਂ ਦੀ ਮਾਰ ਤੋਂ ਡਰਦੀ ਹੈ ਕਿ ਸੰਤ ਜਨ ਮੈਨੂੰ ਮਿਥਿਆ ਨਿਸ਼ਚੇ ਕਰਕੇ ਕਿਤੇ ਮਾਰ ਹੀ ਨਾ ਦੇਣ। ਸਾਕਤ ਕੀ ਓਹ ਪਿੰਡ ਪਰਾਇਣ, ਜਿਹੜੇ ਸਾਖਤ ਕਠੋਰ ਚਿੱਤ ਵਾਲੇ ਪੁਰਖ ਨੇ ਉਹਨਾਂ ਦੀ ਤਾਂ ਉਹ ਸਰੀਰ ਦੇ ਪ੍ਰਾਣ ਰੂਪ ਹੈ। ਮਤਲਬ ਸਾਹ ਹੀ ਉਹ ਪੈਸੇ ਨਾ ਲੈਂਦੇ ਨੇ, ਸਾਖਤਾਂ ਦੇ ਸਰੀਰ ਦੀ ਉਹ ਆਸਰਾ ਰੂਪ ਹੈ। ਹਮ ਕੋ ਦ੍ਰਿਸ਼ਟ ਪਰ ਤਰਖ ਡਾਇਣ, ਪਰ ਅਸਾਂ ਨੂੰ ਨਾ ਤਿੱਖੇ ਨੇਤਰਾਂ ਵਾਲੀ ਚੁੜੇਲ ਵੱਤ ਨਿਗਾਹ ਪੈਂਦੀ ਹੈ। ਪੁਰਾਤਨ ਵਿਚਾਰ ਵਿੱਚ ਐਸਾ ਮੰਨਿਆ ਜਾਂਦਾ ਕਿ ਤਰਖ ਇੱਕ ਪੰਛੀ ਹੈ ਜੋ ਕੁੱਤੇ ਦੀ ਸ਼ਕਲ ਵਰਗਾ ਉਸੇ ਆਕਾਰ ਜਿੱਡਾ ਹੁੰਦਾ, ਜਿਸ ਦੇ ਚੱਲਣ ਤੋਂ ਉਹਦੇ ਹੱਡਾਂ ਦੀ ਆਵਾਜ਼ ਆਉਂਦੀ ਹੈ। ਉਸ ਉੱਪਰ ਡੈਣ ਸਵਾਰੀ ਕਰਦੀ ਹੈ। ਕਹਿੰਦੇ ਇਉਂ ਮਾਇਆ ਦੀ ਜਿਹੜੀ ਸਵਾਰੀ ਹੈ ਉਹ ਇਹਨਾਂ ਜੀਵਾਂ ਦੀ ਹੈ। ਤੋ ਤਰਖ ਨਵੇਂ ਪੰਛੀ ਦੀ ਸਵਾਰੀ ਕਰਨ ਵਾਲੀ ਮਾਇਆ ਡੈਣ ਵੱਤ ਨਿਗਾਹ ਪੈਂਦੀ ਹੈ, ਜੋ ਸਾਖਤ ਰੂਪ ਤਰਖ ਪੰਛੀ 'ਤੇ ਚੜ੍ਹਦੀ ਹੈ। ਭਾਵ ਬੁਰੇ ਬੰਦਿਆਂ ਦੀ ਅਸਰ ਪਾਉਂਦੀ ਹੈ। ਹਮ ਤਿਸ ਕਾ ਬਹੁ ਜਾਣਿਆ ਭਇਓ, ਅਸੀਂ ਤਿਸ ਮਾਇਆ ਦਾ ਬਹੁਤ ਸਾਰਾ ਭੇਦ ਜਾਣਿਆ ਹੈ। ਜਬ ਹੁਏ ਕਿਰਪਾਲ ਮਿਲੇ ਗੁਰਦੇਵ, ਜਦ ਕਿਰਪਾਲੂ ਦਿਆਲੂ ਹੋ ਕੇ ਗੁਰਦੇਵ ਜੀ ਪ੍ਰਾਪਤ ਹੋ ਗਏ ਤਾਂ ਅਸੀਂ ਇਸ ਮਾਇਆ ਦਾ ਭੇਦ ਜਾਣ ਲਿਆ ਹੈ ਕਿ ਅੱਜ ਸਾਡੇ ਕੋਲ ਹੈ, ਕੱਲ ਨੂੰ ਕਿਸੇ ਹੋਰ ਕੋਲ ਚਲੀ ਜਾਵੇਗੀ। ਕਹੋ ਕਬੀਰ ਅਬ ਬਾਹਰ ਪਾਰੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਗੁਰਾਂ ਦੀ ਕਿਰਪਾ ਸਦਕਾ ਹੁਣੇ ਮਾਇਆ ਮੇਰੇ ਹਿਰਦੇ ਤੋਂ ਬਾਹਰ ਪਈ ਹੈ। ਸੰਸਾਰ ਕੈ ਅੰਚਲ ਲਾਰੀ, ਭਾ ਮੇਰੇ ਹਿਰਦੇ ਵਿੱਚੋਂ ਇਹਦਾ ਮੋਹ ਬਾਹਰ ਨਿਕਲ ਗਿਆ ਤੇ ਜਗਤ ਦੇ ਪੱਲੇ ਜਾਂ ਜਗਤ ਦੀ ਜੀਵਨ ਦੀ ਬੁੱਧੀ ਰੂ ਪੱਲੇ ਨਾਲ ਲਟਕ ਰਹੀ ਹੈ। ਭਾਵ ਸੰਸਾਰ ਦੇ ਜੀਵ ਨੂੰ ਸਪਣੀ ਮੰਗ ਲੜ ਕੇ ਅਰਥਾਤ ਡਰਾ ਕੇ ਵਿਕਾਰਾਂ ਰੂਪੀ ਜ਼ਹਿਰ ਚੜਾ ਦਿੰਦੀ ਹੈ। ਇਸੇ ਪ੍ਰਕਾਰ ਇਹਦਾ ਅੰਤਰੀ ਵਰਤ ਸਰਵਣ ਕਰੋ। ਖਾਸਮ ਮਰੈ ਤੋ ਨਾਰਨ ਰੋਵੈ, ਜਦ ਗੁਰਾਂ ਦੀ ਉਪਦੇਸ਼ ਕਰਕੇ ਸਰੀਰ ਦਾ ਮਾਲਕ ਜੀਵ ਆਤਮਾ ਜੀਵਤ ਭਾਵ ਵੱਲੋਂ ਮਰਦਾ ਹੈ ਤਦ ਮਾਇਆ ਵਾਸਤੇ ਨਹੀਂ ਰੋਂਦਾ, ਕਿਉਂਕਿ ਉਹ ਜਾਣਦਾ ਹੈ ਕਿ ਉਸ ਰਖਵਾਰਾ ਔਰ ਹੋਵੈ, ਉਸ ਦਾ ਰੱਖਣ ਵਾਲਾ ਹੋਰ ਹੀ ਕੋਈ ਅਗਿਆਨੀ ਜੀਵ ਹੋ ਜਾਂਦਾ ਹੈ। ਰਖਵਾਰੇ ਕਾ ਹੋਏ ਵਿਨਾਸ਼, ਮਾਇਆ ਪਦਾਰਥਾਂ ਦੀ ਰਖਵਾਲੇ ਅਤੇ ਦੇ ਅਧਿਆਸ ਕਰਨ ਵਾਲੇ ਪੁਰਖ ਦਾ ਵੀ ਇੱਕ ਦਿਨ ਨਾਸ਼ ਹੋ ਜਾਂਦਾ ਹੈ। ਆਗੈ ਨਰਕ ਈਹਾ ਭੋਗ ਬਿਲਾਸ, ਸਕਾਮੀ ਪੁਰਖ ਨੂੰ ਅੱਗੇ ਪਰਲੋਕ ਵਿੱਚ ਜਾ ਕੇ ਨਰਕ ਭੋਗਣਾ ਪੈਂਦਾ, ਪਰ ਇੱਥੇ ਭੋਗਾਂ ਨੂੰ ਭੋਗਣ ਕਰਕੇ ਉਹ ਆਨੰਦ ਮਾਣਦਾ ਹੈ। ਜਾਂ ਮਸ਼ਈ ਪੁਰਖ ਇੱਥੇ ਸਰੀਰ ਕਰਕੇ ਭੋਗਾਂ ਦੇ ਵਿਲਾਸ ਵਿੱਚ ਫਸਿਆ ਰਹਿੰਦਾ, ਜਿਸ ਕਰਕੇ ਬਾਣੀ ਦਾ ਫੈਸਲਾ ਹੈ ਭੋਗੰ ਤਾਂ ਰੋਗੰ, ਜੇ ਭੋਗ ਭੋਗੇ ਨੇ ਤੇ ਤਾਂ ਹੀ ਰੋਗੀ ਹੋਇਆ ਹੈ। ਏਕ ਸੁਹਾਗਨ ਜਗਤ ਪਿਆਰੀ, ਇੱਕ ਭਗਤੀ ਰੂਪ ਸੁਹਾਗਣ ਹੀ ਜਗਤ ਵਿੱਚ ਸੰਸਾਰ ਵਿੱਚ ਸੰਤਾਂ ਮਹਾਤਮਾ ਨੂੰ ਚੰਗੀ ਲੱਗਦੀ ਹੈ। ਇਸੇ ਪ੍ਰਕਾਰ ਏਕ ਸੁਹਾਗਨ ਜਗਤ ਪਿਆਰੀ, ਇੱਕ ਬ੍ਰਹਮ ਗਿਆਨੀ ਰੂਪ ਸੁਹਾਗਣ ਸਖੀ ਦੀ ਪ੍ਰਭੂ ਨਾਲ ਕੀਤੀ ਹੋਈ ਪ੍ਰੀਤੀ
ਸਾਰੇ ਸੰਸਾਰ ਨੂੰ ਚੰਗੀ ਲੱਗਦੀ ਹੈ। ਸਗਲੇ ਜੀ ਜੰਤ ਕੀ ਨਾਰੀ ਸਾਰੇ ਸੂਖਮ ਜੀਵ ਤੇ ਸਥੂਲ ਜੀਵਾਂ ਦੀ ਬਾਬਤ ਜਾਣ ਕੇ ਸਭ ਨੂੰ ਨਾਰੀ ਭਾਵ ਕਿਨਾਰੇ ਕਰ ਦਿੱਤਾ ਹੈ। ਇਸੇ ਪ੍ਰਕਾਰ ਏਕ ਸੋ ਸਗਲੇ ਜੀ ਹਾਂਜੀ ਸਗਲੇ ਜੀ ਜੰਤ ਕੀ ਨਾਰੀ ਜਿਸ ਮਾਇਆ ਨੇ ਸਾਰੇ ਜੀਵਾਂ ਨੂੰ ਵਾਜਾ ਬਣਾ ਛੱਡਿਆ, ਇਹਦੇ ਬਜਾਏ ਵਾਜੇ ਵੱਜਦੇ ਨੇ, ਉਸ ਮਾਇਆ ਤੋਂ ਮਹਾਤਮਾ ਜਨ ਕਿਨਾਰੇ ਹੋ ਗਏ, ਭਾਵ ਸੁਤੰਦਰ ਹੋ ਗਏ। ਮਾਇਆ ਦਾ ਤਿਆਗ ਕਰਕੇ ਵਿਰਾਗ ਰੂਪ ਕਿਨਾਰੇ ਵੱਲ ਹੋ ਗਏ ਨੇ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੋਹਾਗਨ ਗਲ ਸੋਹੈ ਹਾਰ ਸੁਹਾਗਵੰਤੀ ਮਹਾਤਮਾ ਰੂਪ ਸਖੀ ਦੇ ਹਿਰਦੇ ਰੂਪੀ ਗਲ ਦੇ ਵਿੱਚ ਪਰਮੇਸ਼ਰ ਦਾ ਨਾਮ ਜਾਂ ਗਿਆਨ ਜਾਂ ਸਰਵਣ ਮਨਨ ਨਿਧਿਆਸਨ ਰੂਪੀ ਹਾਰ ਪਾਇਆ ਸ਼ੋਭਾ ਪਾਉਂਦਾ ਹੈ। ਸੰਤ ਕਉ ਵੇਖੈ ਬਿਗਸੈ ਸੰਸਾਰ ਸੰਤ ਜਨਾਂ ਨੇ ਵਿਸ਼ਿਆਂ ਦੇ ਤਾਈਂ ਜੈ ਰੂਪ ਜਾਣ ਕੇ ਤਿਆਗ ਦਿੱਤਾ ਅਤੇ ਜਿਸ ਚੇਤਨ ਬ੍ਰਹਮ ਦਾ ਸਾਰੇ ਜੀਵਾਂ ਅੰਦਰ ਚੇਤਨ ਸੱਤਾ ਰੂਪੀ ਪ੍ਰਕਾਸ਼ ਦਿਸ ਰਿਹਾ ਹੈ, ਉਸ ਦੀ ਪ੍ਰਾਪਤੀ ਕਰਦੇ ਸਾਰਾ ਸੰਸਾਰ ਵਿਸ਼ਿਆਂ ਨੂੰ ਭੋਗ ਕੇ ਪ੍ਰਸੰਨ ਹੁੰਦਾ ਹੈ। ਕਾਰ ਸਿਗਾਰ ਬਹਿ ਪਖਿਆਰੀ ਸੰਤ ਜਨ ਸ਼ੁਭ ਗੁਣਾਂ ਨੂੰ ਧਾਰਨ ਕਰਨ ਨੂੰ ਸ਼ਿੰਗਾਰ ਕਰਦੇ ਨੇ ਔਰ ਨਿਰਵਿਕਲਪ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ, ਤੇ ਉਹਨਾਂ ਦਾ ਪੱਖ ਜੋ ਲੋਕ ਪਰਲੋਕ ਦੇ ਪਾਉਂਦੇ ਸੀ ਉਹ ਵਿਵੇਕ ਰੂਪਾਰੀ ਨਾਲ ਕੱਟ ਦਿੱਤੇ ਨੇ, ਜਾਂ ਆਸਰੀ ਸੰਬਦਾ ਰੂਪੀ ਪੱਖ ਨੂੰ ਵਿਵੇਕ ਰੂਪਾਰੀ ਨਾਲ ਕੱਟ ਦਿੱਤਾ ਹੈ। ਸੰਤਨ ਕੀ ਠਿਠਕੀ ਫਿਰੈ ਵਿਚਾਰੀ ਸੰਤ ਕੀ ਠਿਠਕੀ ਸੰਤ ਜਨ ਸਰੂਪ ਦੀ ਵਿਚਾਰ ਕਰਕੇ ਦੇਹ ਅਭਿਮਾਨ ਵੱਲੋਂ ਫਿਰੈ ਵਿਚਾਰੀ ਫਿਰ ਗਏ ਨੇ। ਵਿਚਾਰੀ ਸਰੂਪ ਦੀ ਵਿਚਾਰ ਕਰਕੇ ਦੇਹ ਅਭਿਮਾਨ ਵੱਲੋਂ ਜਦ ਫਿਰ ਗਏ, ਇਸ ਕਰਕੇ ਸੰਤ ਕੀ ਠਿਠਕੀ ਉਹਨਾਂ ਨੇ ਸਵੈ ਸਰੂਪ ਦੇ ਵਿੱਚ ਠਿਠਕੀ ਭਾਵ ਅਸਥਿਤੀ ਪਾ ਲਈ ਹੈ, ਜਾਂ ਸੰਤ ਮਹਾਤਮਾ ਦੀ ਇਹ ਫਟਕਾਰੀ ਹੋਈ ਹੈ। ਇਸੇ ਕਰਕੇ ਇਹ ਵਿਚਾਰੀ ਸੰਸਾਰ ਵਿੱਚ ਤੁਰੀ ਫਿਰਦੀ ਹੈ, ਜਾਂ ਸੰਤਾਂ ਮਹਾਤਮਾ ਨੇ ਸਰੂਪ ਦੀ ਵਿਚਾਰ ਕਰਕੇ ਆਪਣੇ ਚਿੱਤ ਨੂੰ ਇਸ ਵੱਲੋਂ ਫੇਰ ਲਿਆ, ਇਸ ਕਰਕੇ ਠਠੰਬਰ ਗਈ ਹੈ। ਸੰਤ ਭਾਗ ਯੋਹ ਪਾਛੈ ਪਾਰੈ ਸੰਤ ਮਹਾਤਮਾ ਭਾਗ ਤਿਆਗ ਲਖਣਾ ਕਰਦੇ, ਪਾ ਬ੍ਰਹਮ ਨੂੰ ਸੱਚ ਤੇ ਆਨੰਦ ਰੂਪ ਜਾਣਦੇ, ਤੇ ਮਾਇਆ ਨੂੰ ਅਸਤ ਜੜ ਦੁੱਖ ਰੂਪ ਮੰਨਦੇ ਨੇ। ਇਸੇ ਕਰਕੇ ਮਾਇਆ ਉਹਨਾਂ ਦੇ ਪਿੱਛੇ ਭੈਣ ਤੋਂ ਦੂਰ ਹੋ ਗਈ, ਭਾਵ ਉਹਨਾਂ ਦੀ ਮਗਰ ਨਹੀਂ ਲੱਗਦੀ ਹੈ। ਗੁਰ ਪ੍ਰਸਾਦੀ ਮਾਰਹੁ ਡਰੈ ਗੁਰਾਂ ਦੀ ਕਿਰਪਾ ਦੁਆਰਾ ਮਿਥਿਆ ਨਿਸ਼ਚੈ ਕਰਕੇ ਮਰਨ ਤੋਂ ਡਰਦੀ ਹੈ, ਭਾਵ ਇਹ ਜਾਣਦੀ ਹੈ ਕਿ ਮੈਨੂੰ ਮਿਥਿਆ ਨਿਸ਼ਚੈ ਕਰਕੇ ਮਾਰ ਨਾ ਦੇਣ, ਜਾਂ ਗੁਰਾਂ ਦੀ ਕਿਰਪਾ ਦੁਆਰਾ ਸਾਖਤ ਪੁਰਖ ਜੀਵਤ ਭਾਵ ਵੱਲੋਂ ਮਰਨ ਤੋਂ ਡਰਦੇ ਨੇ, ਭਾਵ ਐਸਾ ਸੋਚਦੇ ਨੇ ਕਿ ਗੁਰਾਂ ਦੀ ਕਿਰਪਾ ਦੁਆਰਾ ਜੀਵਤ ਭਾਵ ਤੋਂ ਮਰਨਾ ਨਾ ਪਵੇ। ਸਾਕਤ ਕੀ ਉਹ ਪਿੰਡ ਪਰਾਇਣ ਸਾਕਤ ਕਠੋਰ ਚਿੱਤ ਵਾਲੇ ਪੁਰਖਾਂ ਦੀ ਐਸੀ ਦਸ਼ਾ ਹੈ ਕਿ ਉਹਨਾਂ ਨੇ ਸਰੀਰ ਨੂੰ ਆਪਣਾ ਆਸਰਾ ਮੰਨਿਆ ਹੋਇਆ ਹੈ। ਹਮ ਕੋ ਦ੍ਰਿਸ਼ਟ ਪਰੈ ਤਰਖ ਡਾਇਣ ਅਸਾਂ ਨੂੰ ਤਾਂ ਇਹ ਤਿੱਖੇ ਨੇਤਰਾਂ ਵਾਲੀ ਮਾਇਆ ਡੈਣ ਮਤ ਦ੍ਰਿਸ਼ਟੀ ਪੈਂਦੀ ਹੈ। ਹਮ ਤਸ ਕਾ ਬਹੁ ਜਾਣੇ ਅਪਿਓ ਮੈਂ ਤਾਂ ਸਾਧ ਸੰਗਤ ਜੀਓ ਕਬੀਰ ਨੂੰ ਤੇ ਗੁਰੂ ਨਾਨਕ ਸਾਹਿਬ ਨੂੰ ਇੱਕੋ ਰੂਪ ਹੀ ਜਾਣਦਾ, ਇਹਨਾਂ 'ਚ ਕੋਈ ਫਰਕ ਨਹੀਂ, ਨਾ ਤਾਂ ਬਾਣੀ 'ਚ ਫਰਕ ਹੈ, ਉਹਨਾਂ ਦੀ ਬਾਣੀ ਵੀ ਸਮਝ ਤੋਂ ਬਾਹਰ ਹੈ, ਬਹੁਤੇ ਜ਼ਿਆਦਾ ਦ੍ਰਿਸ਼ਟਾਂਤ ਤੇ ਪ੍ਰਮਾਣ ਨੇ, ਵਿਅੰਗਮਈ ਬਾਣੀ ਹੈ। ਕਬੀਰ ਸਾਹਿਬ ਦੀ ਬਾਣੀ ਵੀ ਬੜੀ ਕਠਿਨ ਸਮਝਣੀ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਸਾਰੀ ਉਮਰ ਮਾਇਆ ਨਾਲ ਮੋਹ ਨਹੀਂ ਕੀਤਾ,
ਤੇ ਧੰਨ ਕਬੀਰ ਸਾਹਿਬ ਜੀ ਵੀ ਧੰਨ ਹੀ ਹਨ। ਤੇ ਇਸ ਲਈ ਗ੍ਰਸਤੀ ਹੋਣ ਦੇ ਬਾਵਜੂਦ ਵੀ ਵੇਖੋ ਕਿੰਨਾ ਵੈਰਾਗਮਈ ਉਪਦੇਸ਼ ਬਖਸ਼ ਰਹੇ ਨੇ ਕਿ ਮਹਾਰਾਜ ਕਬੀਰ ਜੀ ਕਹਿੰਦੇ ਆ ਸਾਨੂੰ ਤਾਂ ਤਿੱਖੇ ਨੇਤਰਾਂ ਵਾਲੀ ਇਹ ਡੈਣ ਦੀ ਤਰ੍ਹਾਂ ਨਿਗਾਹ ਪਈ ਹੈ। ਹਮ ਤਿਸ ਕਾ ਬਹੁ ਜਾਣੇ ਭਿਓ। ਇੰਜ ਅਸੀਂ ਤਾਂ ਬਹੁਤ ਚੰਗੀ ਤਰ੍ਹਾਂ ਇਹਦਾ ਭੇਦ ਜਾਣ ਲਿਆ ਹੈ। ਜਬ ਹੂਏ ਕਿਰਪਾਲ ਮਿਲੇ ਗੁਰਦੇਵ। ਜਦ ਕਿਰਪਾਲੂ ਹੋ ਕੇ ਗੁਰਦੇਵ ਜੀ ਮਿਲੇ ਤਾਂ ਅਸੀਂ ਇਸ ਦਾ ਭੇਦ ਜਾਣ ਲਿਆ ਕਿ ਇਹਦੇ ਨਾਲ ਲਾਗੀਏ ਕੋਈ ਲਾਭ ਕੋਈ ਫਾਇਦਾ ਨਹੀਂ ਹੋਣਾ ਹੈ। ਜਿੰਨਾ ਮਰਜ਼ੀ ਬੰਦਾ ਕਮਾਈ ਕਰ ਲਏ ਅੰਤ ਨੂੰ ਤਾਂ ਸਿੜੀ ਤੇ ਜਾਣਾ ਪਵੇਗਾ। ਕਹੋ ਕਬੀਰ ਅਬ ਬਾਹਰ ਪਾਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਹੁਣ ਮੇਰੇ ਹਿਰਦੇ ਵਿੱਚੋਂ ਦੇਹ ਦੀ ਹੰਗਤਾ ਬਾਹਰ ਪੈ ਗਈ ਹੈ ਅਤੇ ਸੰਸਾਰ ਕੈ ਅੰਚਲ ਲਰੀ। ਹੰਗਤਾ ਸਾਰੇ ਸੰਸਾਰ ਦੇ ਹਿਰਦੇ ਰੂ ਪੱਲੇ ਵਿੱਚ ਲੱਗੀ ਰਹਿੰਦੀ ਹੈ। ਗੋਂਡ ਕਿਸੇ ਅਧਿਕਾਰੀ ਜਗਿਆਸੂ ਨੇ ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਆ ਕਿ ਹੇ ਭਗਤ ਜੀ ਤੁਸੀਂ ਮਾਇਆ ਦੀ ਬੜੀ ਸਖਤ ਵਿਰੋਧਤਾ ਕੀਤੀ ਹੈ, ਬੜੀ ਇਹਨੂੰ ਮਾੜੀ ਆਖਿਆ ਹੈ। ਜੇ ਬੰਦੇ ਕੋਲ ਮਾਇਆ ਨਾ ਹੋਵੇ ਤਾਂ ਦੱਸੋ ਸੇਵਾ ਕਿਵੇਂ ਹੋ ਸਕਦੀ ਹੈ। ਤੇ ਨਾ ਹੀ ਮਾਇਆ ਬਿਨਾ ਕੋਈ ਕਾਰਜ ਚੱਲਦਾ ਹੈ, ਕੰਮ ਵੀ ਕੋਈ ਨਹੀਂ ਚੱਲਦਾ। ਤੇ ਬਾਕੀ ਗ੍ਰਸਤੀ ਜਿਹੜਾ ਹੈ ਉਹਦਾ ਤਾਂ ਮਾਇਆ ਤੋਂ ਬਗੈਰ ਇੱਕ ਮਿੰਟ ਵੀ ਨਹੀਂ ਸਰਦਾ। ਇਹ ਸੁਣ ਕੇ ਭਗਤ ਜੀ ਨੇ ਵਿਅੰਗ ਬਚਨਾਂ ਦੁਆਰਾ ਮਾਇਆ ਦਾ ਖੰਡਨ ਕਰਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਜਾਪ ਦਾ ਮੰਡਨ ਹੈ ਕਿ ਮਾਇਆ ਦੀ ਸੋਭਾ ਕਰਨ ਲੱਗੇ ਨੇ, ਪਰ ਹੈ ਖੰਡਨ। ਆਓ ਪਿਆਰ ਨਾਲ ਸੁਣੋ ਜੀ। ਗ੍ਰਹਿ ਸੋਭਾ ਜਾ ਕਰੇ ਨਾਹੇ। ਇਹ ਗੁਰਮੁਖੋ ਤੁਹਾਡੀ ਗੱਲ ਇਹ 100% ਸਹੀ ਹੈ। ਇਹ ਠੀਕ ਹੈ ਕਿ ਜਿਹੜਾ ਬੰਦਾ ਗ੍ਰਸਤੀ ਹੈ ਭਾਵੇਂ ਜਿੰਨਾ ਮਰਜ਼ੀ ਉਹਦੇ ਕੋਲ ਪੈਸਾ ਹੋਵੇ ਓਨਾ ਹੀ ਥੋੜਾ ਹੈ। ਗ੍ਰਸਤੀ ਬੰਦੇ ਦੇ ਘਰ ਵਿੱਚ ਜੇ ਮਾਇਆ ਨਾ ਹੋਵੇ ਉਹਦੇ ਘਰ ਦੀ ਵਡਿਆਈ ਬਨਾਵਟ ਕੋਈ ਬਹੁਤੀ ਚੰਗੀ ਨਹੀਂ ਲੱਗਦੀ ਕਿਸੇ ਨੂੰ ਵੀ। ਅਤੇ ਮਾਪੇ ਹੀ ਕੱਢ ਦਿੰਦੇ ਨੇ ਵੀ ਜਾਓ ਭਾਈ ਵਿਆਹ ਕਰਤਾ, ਜਾਂ ਤਾਂ ਖਰਚਾ ਦਿਓ ਰੋਟੀ ਪਾਣੀ ਬਿਜਲੀ ਪਾਣੀ ਦਾ, ਤੇ ਜਾਂ ਫਿਰ ਆਪ ਦਾ ਪੜਿਆ ਵਿਚਾਰੋ ਤਿੱਤਰ ਹੋਵੋ। ਬਸ ਇੰਨਾ ਕੀ ਮਤਲਬ ਸੀਗਾ। ਤੋ ਨਾ ਕਰੋ ਮੋਹ ਤੇ ਤੁਰੇ ਫਿਰੋ। ਤੇ ਇਸ ਵਾਸਤੇ ਇਹ ਤੋਂ ਬਗੈਰ ਤਾਂ ਮਾਂ ਪਿਓ ਵੀ ਕੱਢ ਦਿੰਦੇ ਨੇ ਘਰੋਂ, ਤੇ ਸਰਦਾ ਨਹੀਂ ਹੈ। ਆਵਤ ਪਹੀਆ ਖੁਦੇ ਜਾਹੇ। ਜੇਕਰ ਕੋਈ ਮੰਗਣ ਵਾਲਾ ਹੀ ਆ ਗਿਆ ਸਮਝ ਲਓ ਤੇ ਚਾਹ ਘਰ ਬਣੀ ਹੋਈ ਨਹੀਂ, ਉਹਨੂੰ ਬੰਦਾ ਕੀ ਪਿਆਊਗਾ। ਰੋਟੀ ਘਰ ਪੱਕੀ ਹੋਈ ਨਹੀਂ, ਆਪ ਤਾਂ ਮਾੜਾ ਮੋਟਾ ਰੁੱਖਾ ਮਿੱਸਾ ਬੰਦਾ ਖਾ ਲਓ, ਵਿਚਾਰ ਰਾਤ ਦਾ ਪਿਆ ਤੇ ਆਪਾਂ ਖਾ ਪੀ ਕੇ ਘੜੀ ਠਹਿਰ ਕੇ, ਤੇ ਉਹ ਲੋਕ ਨਿੰਦਿਆ ਕਰਨਗੇ ਵੀ ਚੰਗਾ ਇਹ ਬੰਦਾ ਗ੍ਰਸਤੀ ਹੈ, ਪਤਾ ਨਹੀਂ ਝੂਠ ਹੀ ਬੋਲ ਰਿਹਾ ਖਵਾਉਣ ਦਾ ਮਾਰਾ। ਮਤਲਬ ਜੇ ਕੋਈ ਪ੍ਰਾਹੁਣਾ ਆ ਜਾਏ ਉਹਨੂੰ ਤਾਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਵਾਉਣੇ ਪੈਂਦੇ ਨੇ। ਜੇ ਘਰ 'ਚ ਆਪਦੇ ਪਦਾਰਥ ਨਹੀਂ ਤਾਂ ਰਾਈ ਜੋਤੀ ਆਉਂਦੇ ਜਾਂਦੇ ਪ੍ਰਾਹੁਣੇ ਮੰਗਤੇ ਕੋਈ। ਸੋ ਜਿਹੜੇ ਅਭਿਆਗਤ ਹਨ ਉਹ ਭੁੱਖੇ ਹੀ ਤੁਰ ਜਾਣ, ਉਹ ਨਿੰਦਿਆ ਕਰਦੇ ਨੇ, ਸਾਰੇ ਪਿੰਡ 'ਚ ਗੱਲ ਫੈਲਾ ਦਿੰਦੇ। ਤੇ ਇਸ ਵਾਸਤੇ ਮਿੱਤਰ ਲੋੜੇਨ ਸੋ ਖਾਧਾ ਤਾ। ਵਾਕੈ ਅੰਤਰ ਨਹੀਂ ਸੰਤੋਖ। ਰਾਈ ਨੂੰ ਤਾਂ ਪਾਣੀ ਚਾਹੀਦਾ, ਜੇ ਪਾਣੀ ਵੀ ਨਹੀਂ ਬੰਦਾ ਪਿਆ ਸਕਦਾ ਦੱਸੋ ਕੀ ਕਰੂਗਾ। ਰੋਟੀ ਵੀ ਚਾਹੀਦੀ ਹੈ, ਉਹਦੇ ਹਿਰਦੇ ਵਿੱਚ ਰੋਟੀ ਪਾਣੀ ਤੋਂ ਬਗੈਰ ਸਬਰ ਸੰਤੋਖ ਨਹੀਂ ਹੁੰਦਾ, ਕਿਉਂਕਿ ਉਹਦੀ ਭੁੱਖ ਗੱਲਾਂ ਨਾਲ ਨਿਵਰਤ ਨਹੀਂ ਹੋਣੀ ਹੈ। ਬਿਨ ਸੁਹਾਗਣ ਲਾਗੈ ਦੁਖ। ਇਸ ਕਰਕੇ ਸੁਹਾਗਵੰਤੀ ਮਾਇਆ ਤੋਂ ਬਿਨਾਂ ਗ੍ਰਸਤੀ ਨੂੰ ਦੋਸ਼ ਵੀ ਲੱਗਦਾ ਹੈ। ਇਹਦੀ ਗੁਜ਼ਾਰੇ ਜੋਗੀ ਤੇ ਸੋ ਜਿਹੜੇ ਆਉਣ ਦੇ ਜਾਂਦੇ ਪ੍ਰਾਹੁਣੇ ਨੇ ਸੇਵਾ ਵਾਸਤੇ
ਮਾਇਆ ਦੀ ਪੂੰਜੀ ਹੋਣੀ ਚਾਹੀਦੀ ਹੈ। ਧਨ ਸੁਹਾਗਨ ਮਹਾ ਪਵੀਤ। ਭਗਤ ਜੀ ਵਿਅੰਗ ਬਚਨ ਨਾਲ ਕਹਿੰਦੇ ਕਿ ਸੁਹਾਗਵੰਤੀ ਮਾਇਆ ਧਨਤਾ ਦੇ ਯੋਗ ਤੇ ਬੜੀ ਹੀ ਪਵਿੱਤਰ ਹੈ। ਤਬੇ ਤਬੇ ਸਰ ਡੋਲਾ ਚੀਤ। ਜਿਸ ਕਰਕੇ ਤਪ ਕਰਨ ਵਾਲੇ ਤੇ ਤਪੀਆਂ ਦੇ ਈਸ਼ਰਾਂ ਦੇ ਵੀ ਚਿੱਤ ਡੋਲ ਜਾਂਦੇ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੁਹਾਗਨ ਕਿਰਪਨ ਕੀ ਪੂਤੀ। ਇਹ ਸੁਹਾਗਵੰਤੀ ਮਾਇਆ ਸੋਮ ਪੁਰਖਾਂ ਦੀ ਪੁੱਤਰੀ ਹੈ। ਭਾਵ ਸੋਮ ਪੁਰਖ ਮਾਇਆ ਨੂੰ ਸੰਭਾਲ ਕੇ ਰੱਖਦੇ, ਉਹ ਖਰਚਦੇ ਨਹੀਂ ਹਨ। ਸੇਵਕ ਤਜ ਜਗਤ ਸੋ ਸੂਤੀ। ਪਰਮੇਸ਼ਰ ਦੇ ਦਾਸਾਂ ਨੇ ਇਹਨੂੰ ਤਿਆਗ ਦਿੱਤਾ ਤੇ ਸੰਸਾਰ ਨਾਲੇ ਸੁੱਤੀ ਪਈ ਬਿਰਾਜਮਾਨ ਹੋ ਰਹੀ ਹੈ। ਭਾਵ ਸਾਰੇ ਸੰਸਾਰ ਨੂੰ ਇਹਨੇ ਆਪਣੇ ਨਾਲ ਸਵਾਇਆ। ਇਹੋ ਜਿਹਾ ਥਾਪੜਾ ਦਿੱਤਾ ਜਿਸ ਤਰ੍ਹਾਂ ਨਿਆਣਾ ਸੁੱਤਾ ਨਹੀਂ ਉੱਠਦਾ, ਤੋ ਇਸ ਤਰ੍ਹਾਂ ਇਹਦੇ ਮੋਹ ਦੇ ਵਿੱਚ ਮਨ ਸੁੱਤਾ ਪਿਆ ਹੈ। ਮਨ ਸੋਇਆ ਮਾਇਆ ਬਿਸਮਾਦ। ਮਾਇਆ ਦੀ ਇਹੋ ਜਿਹੀ ਬਿਸਮਾਦ ਵਾਲੀ ਨੀਂਦ ਆਈ ਹੈ ਕਿ ਮਨ ਸੁੱਤਾ ਪਿਆ ਉੱਠਦਾ ਹੀ ਨਹੀਂ ਹੈ। ਸਾਧੂ ਕਾ ਠੰਡੀ ਦਰਬਾਰ। ਸ੍ਰੇਸ਼ਟ ਮਹਾਤਮਾ ਜਨਾਂ ਦੇ ਦਰਬਾਰ 'ਚ ਮਾਇਆਧਾਰੀ ਲੋਕ ਖੜੇ ਰਹਿੰਦੇ, ਜਾਂ ਮਾਇਆ ਦਾਸੀ ਭਗਤਾਂ ਦੀ ਕਾਰ ਕਮਾਵੇ ਦਾਸੀ ਹੋ ਕੇ ਖੜੀ ਰਹਿੰਦੀ ਤੇ ਇੰਜ ਬੇਨਤੀ ਕਰਦੀ ਹੈ ਕਿ ਸਾਰਨ ਤੇਰੀ ਮੋਕੋ ਨਿਸਤਾਰ। ਇਹ ਮਹਾਤਮਾ ਜੀ, ਮੈਂ ਆਪ ਜੀ ਦੀ ਓਟ ਵਿੱਚ ਆਈ ਆ, ਇਸ ਲਈ ਕਿਰਪਾ ਕਰਕੇ ਮੈਨੂੰ ਸ੍ਰੇਸ਼ਟ ਕਾਰਜਾਂ ਵਿੱਚ ਲਾ ਕੇ ਤਾਰ ਲੈਣਾ ਕਰੋ। ਭਾਵ ਕਿ ਮੈਨੂੰ ਸਫਲੀ ਬਣਾਉਣਾ ਕਰੋ ਜੀ। ਸੁਹਾਗਨ ਹੈ ਅਤ ਸੁੰਦਰੀ। ਜੋ ਇਹ ਸੁਹਾਗਵੰਤੀ ਮਾਇਆ ਹੈ, ਇਹ ਅਤਿਅੰਤ ਸੋਹਣੇ ਸਰੂਪ ਵਾਲੀ ਹੈ। ਪਗ ਨੇਵਰ ਸ਼ਨਕ ਸ਼ਨ ਹਰੀ। ਇਸ ਜੜ ਮਾਇਆ ਦੇ ਪੈਰਾਂ 'ਚ ਪਦਾਰਥਾਂ ਰੂਪੀ ਝਾਂਜਰਾਂ ਛਣ ਕਰ ਰਹੀਆਂ। ਭਾਵ ਪਦਾਰਥਾਂ ਦਾ ਖੜਖੜਾਕ ਹੋ ਰਿਹਾ ਹੈ। ਜਾਂ ਇਸੇ ਪ੍ਰਕਾਰ ਸੁਹਾਗਨ ਹੈ ਅਤ ਸੁੰਦਰੀ। ਇਹ ਸੁਹਾਗਵੰਤ ਮਾਇਆ ਅਤਿਅੰਤ ਸੋਹਣੇ ਸਰੂਪ ਵਾਲੀ ਹੈ। ਪਗ ਨੇਵਰ ਸ਼ਨਕ ਸ਼ਨ ਹਰੀ। ਜਿਹੜੀ ਚੇਤਨ ਮਾਇਆ ਇਹਦੇ ਪੈਰਾਂ 'ਚ ਪ੍ਰਤੱਖ ਝਾਂਜਰਾਂ ਛਣ ਕਰ ਰਹੀਆਂ, ਜਾਂ ਚੇਤਨ ਮਾਇਆ ਪੈਰਾਂ 'ਚ ਪਾਈਆਂ ਝਾਂਜਰਾਂ ਦੀ ਛਣਕਾਰ ਨਾਲ, ਇੱਕ ਛਿਨ ਵਿੱਚ ਵਿਸ਼ਿਆਂ ਦੀ ਖਿੱਚ ਰੂਪ ਛਣਕਾਟ ਨਾਲ ਕਾਮੀ ਪੁਰਖਾਂ ਦੇ ਮਨ ਨੂੰ ਚੁਰਾ ਲੈਂਦੀ ਹੈ। ਜਉ ਲਗ ਪ੍ਰਾਣ ਤਉ ਲਗ ਸੰਗੇ। ਜਦ ਤੱਕ ਸਰੀਰ 'ਚ ਸਵਾਸ ਨੇ ਤਦ ਤੱਕ ਇਹਦਾ ਸਾਥ ਬਣਿਆ ਰਹਿੰਦਾ। ਇਹ ਜੀਵ ਦੇ ਨਾਲ ਹੀ ਰਹਿੰਦੀ ਹੈ। ਜੇ ਕੋਈ ਕਹੇ ਵੀ ਮੈਂ ਕੈਸ਼ਮਣੀ ਦਾ ਮੋਹ ਨਹੀਂ ਕਰਦਾ, ਪੇਟ ਵੀ ਤਾਂ ਇੱਕ ਮਾਇਆ, ਜਿਹਨੂੰ ਰੱਬ ਨੇ ਪੇਟ ਲਾ ਦਿੱਤਾ, ਉਹ ਮਾਇਆ ਨਾਲ ਹੀ ਚੰਬੇੜ ਦਿੱਤੀ। ਕਹੋ ਕਬੀਰ ਜੇ ਸੁਧਰ ਤੇ ਸਮਾਇਆ, ਤਬ ਛੂਟੇ ਜਬ ਸਾਧੂ ਪਾਇਆ। ਪੇਟ ਦੀ ਖਾਤਰ ਇਨਸਾਨ ਕਈ ਪਾਪੜ ਵੇਲਦਾ ਤੇ 100 ਛਲ ਫਰੇਬ ਝੂਠ ਆਦਿਕ ਬੋਲਦਾ। ਇਉਂ ਇਹ ਵੀ ਇੱਕ ਮਾਇਆ। ਸਰੀਰ ਵੀ ਤਾਂ ਮਾਇਆ ਹੀ ਹੈ, ਜਿਹਦੀ ਸਾਂਭ ਸੰਭਾਲ ਕਦੀ ਸਵਾ ਲਿਆ, ਕਦੀ ਉਠਾ ਲਿਆ, ਕਦੀ ਸਵਾਰ ਲਿਆ, ਕਦੀ ਕਿਤੇ ਕਦੀ ਕਿਤੇ। ਤੋ ਇਸ ਤਰ੍ਹਾਂ ਇਹ ਨਾਲ ਹੀ ਬਣੀ ਰਹਿੰਦੀ ਹੈ। ਨਹੀਂ ਤਾਂ ਚਲੀ ਬੇਗ ਉਠ ਨੰਗੇ। ਨਹੀਂ ਤਾਂ ਅੰਤ ਨੂੰ ਇਹ ਮਾਇਆ ਛੱਡ ਕੇ ਸ਼ੀਘਰੇ ਤੁਰ ਜਾਂਦੀ ਤੇ ਜੀਵ ਵਸਤਰਾਂ ਤੋਂ ਹੀਣੇ ਹੀ ਪਰਲੋਕ ਵੱਲ ਨੂੰ ਉੱਠ ਕੇ ਤੁਰ ਜਾਂਦੇ ਹਨ। ਸੁਹਾਗਨ ਭਵਨ ਤ੍ਰੈ ਲੀਆ। ਸੁਹਾਗਵੰਤੀ ਮਾਇਆ ਨੇ ਤਿੰਨੇ ਲੋਕਾਂ ਦੇ ਜੀਵਨ ਨੂੰ ਆਪਣੇ ਵਸ 'ਚ ਕਰ ਲਿਆ ਹੈ। 10 8 ਪ੍ਰਾਨ ਤੀਰਥ ਰਸ ਕੀਆ। 10 ਤੇ 8 18 ਪੁਰਾਣਾਂ ਨੂੰ ਪੜ੍ਹਨ ਵਾਲੇ ਬਿਆਸ ਆਦਿਕਾਂ ਦੇ ਉਪਾਸ਼ਕ ਤੇ ਤੀਰਥ ਯਾਤਰੂ ਆਦਿਕ ਸਭਨਾਂ ਨੇ ਇਸ ਮਾਇਆ ਨਾਲ ਪ੍ਰੇਮ ਕੀਤਾ। ਭਾਵ ਪੁਰਾਣਾ ਪੋਥੀਆਂ ਪੜ੍ਹਨ ਵਾਲੇ ਤੀਰਥ ਯਾਤਰੂ, ਤੀਰਥਾਂ ਦੇ ਰਹਿਣ ਵਾਲੇ ਪੁਰਖ ਇਤਿਆਦਿਕ ਸਭਨਾਂ ਨੂੰ ਮਾਇਆ ਨੇ ਮੋਹਿਤ ਕੀਤਾ ਹੋਇਆ ਹੈ। ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ। ਇਸ ਮਾਇਆ ਨੇ ਬ੍ਰਹਮਾ ਨੂੰ ਤੁਲੋਤਮਾ ਸਰਸਤੀ ਦੇ ਰੂਪ ਦੇ ਵਿੱਚ ਮੋਹਿਤ ਕੀਤਾ। ਵਿਸ਼ਨੂੰ ਭਗਵਾਨ ਨੂੰ ਬ੍ਰਿੰਦਾ ਰਾਖਸ਼ਿਨੀ ਦੇ ਰੂਪ ਦੇ ਵਿੱਚ ਮੋਹਿਤ ਕੀਤਾ।
ਤੇ ਸ਼ਿਵ ਜੀ ਭਗਵਾਨ ਨੂੰ ਮੋਹਣੀ ਅਵਤਾਰ ਦੇ ਰੂਪ ਦੇ ਵਿੱਚ ਠੱਗ ਲਿਆ। ਇਹ ਤਿੰਨੇ ਦੇਵਤੇ ਬੰਨੇ ਗਏ ਸਨ। ਬੜੇ ਭੂਪਤ ਰਾਜੇ ਹੈ ਛੇਦੇ, ਵੱਡੇ ਵੱਡੇ ਪ੍ਰਿਥਵੀ ਦੇ ਪਤੀ, ਵੱਡੇ ਵੱਡੇ ਰਾਜੇ ਵੀ ਸਮਾਇਆ ਨੇ ਮਿੰਨ ਸੁੱਟੇ, ਨਾਸ਼ ਕਰ ਦਿੱਤੇ, ਛੇ ਕਰ ਦਿੱਤੇ। ਸੋ ਇੰਜ ਸੋਹਾਗਨ ਔਰ ਵਾਰ ਨ ਪਾਰ। ਇਹ ਸੁਹਾਗਮੰਦੀ ਮਾਇਆ ਦਾ ਗੁਰੂ ਉਪਦੇਸ਼ ਦੁਆਰਾ ਗਿਆਨ ਦੀ ਪ੍ਰਾਪਤੀ ਕੀਤੇ ਤੋਂ ਬਿਨਾਂ ਉਰਵਾਰ ਪਾਰ ਦਾ ਅੰਤ ਨਹੀਂ ਆਉਂਦਾ। ਇਸੇ ਤਰ੍ਹਾਂ ਸੋਹਾਗਨ ਔਰ ਵਾਰ ਨ ਪਾਰ। ਇਹ ਸੁਹਾਗਮੰਦੀ ਮਾਇਆ ਉਰਲਾ ਕੰਡਾ ਪਾਵੇ, ਸੰਸਾਰ 'ਚ ਭਗਤੀ ਨਹੀਂ ਕਰਨ ਦਿੰਦੀ ਤੇ ਪਰਲਾ ਕਿਨਾਰਾ ਪਾ ਮੁਕਤ ਨਹੀਂ ਹੋਣ ਦਿੰਦੀ ਹੈ। ਨਾ ਤਾਂ ਛੱਡ ਕੇ ਗੁਜ਼ਾਰਾ ਤੇ ਨਾ ਹੀ ਇਹਦੀ ਪਕੜ 'ਚ ਗੁਜ਼ਾਰਾ ਹੈ। ਜੇ ਛੱਡ ਵੀ ਦੋ ਤਾਂ ਖਾਣ ਪੀਣ ਦਾ, ਪਹਿਨਣ ਦਾ ਫਿਕਰ, ਰਹਿਣ ਦਾ ਫਿਕਰ, ਤੇ ਜੇ ਸਾਂਭ ਕੇ ਰੱਖੋ ਤੇ ਫਿਰ ਇਹ ਮਨ ਨੂੰ ਆਪ ਦੇ ਵਸ ਵਿੱਚ ਕਰ ਲੈਂਦੀ ਹੈ। ਇਸ ਲਈ ਗੁਰੂ ਹੀ ਹੈ ਜੀ ਕਿਰਪਾ ਕਰੇ ਤੇ ਬਚਾ ਲਵੇ। ਪਾਂਚ ਨਾਰਦ ਕੈ ਸੰਗ ਬਿਦਵਾਰ। ਪੰਜ ਗਿਆਨ ਇੰਦਰੇ, ਪੰਜ ਸੋ ਗਿਆਨ ਇੰਦਰੇ ਸ਼ਿਵਾ ਮਨ, ਇਹਦੇ ਨਾਲ ਸੰਬੰਧ ਕਰਨ ਵਾਲੀ ਪਾ ਮਿਲ ਰਹੀ ਹੈ। ਪੰਜ ਗਿਆਨ ਇੰਦਰੇ ਤੇ ਮਨ ਨੂੰ ਵਿਸ਼ਿਆਂ 'ਚ ਲਾਉਣ ਰੂਪ ਮਿਲਣ ਵਾਲੀ ਹੈ। ਪਾਂਚ ਨਾਰਦ ਕੇ ਮਿਟਵੇ ਫੂਟੇ। ਜਦ ਪੰਜ ਗਿਆਨ ਇੰਦਰੇ ਜਾਂ ਪੰਜ ਗਿਆਨ ਤੇ ਮਨ ਦੇ ਵਿਸ਼ਿਆਂ ਨੂੰ ਬਾਜੇ ਟੁੱਟ ਗਏ, ਨਾਸ਼ ਹੋ ਗਏ। ਕਾਹੋ ਕਬੀਰਾ ਗੁਰ ਕਿਰਪਾ ਛੂਟੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਸਤਿਗੁਰੂ ਦੀ ਮਿਹਰ ਭਰੀ ਦ੍ਰਿਸ਼ਟੀ ਕਰਕੇ ਇਸ ਮਾਇਆ ਦੇ ਮੋਹ ਤੋਂ ਅਸੀਂ ਛੁੱਟ ਗਏ ਹਾਂ। ਸੋ ਜਿਹਨੂੰ ਗੁਰੂ ਸਾਹਿਬ ਕਿਰਪਾ ਕਰਕੇ ਛੁਡਾ ਲੈਂਦੇ ਨੇ, ਉਹਦਾ ਜਿਹੜਾ ਮੋਹ ਹੈ ਉਹ ਛੁੱਟ ਜਾਂਦਾ। ਇਉਂ ਇਹ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਬਾਹਰੀ ਅਰਥ ਦੁਆਰਾ। ਇਹਦਾ ਜੋ ਅੰਤਰੀ ਅਰਥ ਹੈ ਉਹ ਕੱਲ੍ਹ ਨੂੰ ਆਪਾਂ ਵਿਚਾਰਾਂਗੇ ਜੀ। ਭੁੱਲਾਂ ਚੁੱਕਾ ਖਿਮਾ ਕਰਨੀ ਆ, ਅੱਗੇ ਤੋਂ ਸਮਤ ਬਖਸ਼ਣੀ। ਪਾਂਚ ਨਾਰਦ ਕੇ ਮਿਟਵੇ ਫੂਟੇ, ਕਾਹੂ ਕਬੀਰਾ ਗੁਰ ਕਿਰਪਾ ਛੂਟੇ। ਮਾਫ ਕਰਨਾ, 1 ਮਿੰਟ ਬਸ, 1 ਮਿੰਟ। ਫਤਿਹ ਬੁਲਾਉਣ ਤੋਂ ਪਹਿਲਾਂ ਮੈਨੂੰ ਯਾਦ ਆ ਰਿਹਾ, ਮੈਂ ਪਹਿਲੀ ਵਾਰ ਇੰਗਲੈਂਡ 'ਚ ਗਿਆ। ਲੀਡਸ ਮੇਰੀ ਵੀਕ ਸੀਗੀ ਗੁਰਦੁਆਰਾ ਸਾਹਿਬ, ਤੇ 1-2 ਦਿਨ ਤਾਂ ਆਉਣ ਲੰਘ ਜਾਂਦੇ। ਫਿਰ ਸੋਚੀਦਾ ਵੀ ਚਲੋ ਕਿਸੇ ਨੂੰ ਕੀ ਡਿਸਟਰਬ ਕਰਨਾ, ਤੇ ਮੈਂ ਲੰਗਰ ਹਾਲ ਦੇ ਵਿੱਚ ਤੁਰ ਫਿਰ ਕੇ ਪਾਠ ਕਰ ਰਿਹਾ ਸੀ। ਇਹੀ ਵੇਲਾ ਕਥਾ ਤੋਂ ਬਾਅਦ ਇੱਕ ਰਾਗੀ ਸਿੰਘ ਬੜੇ ਪਿਆਰ ਸਤਿਕਾਰ ਵਾਲੇ, ਜਿਨ੍ਹਾਂ ਸਦੀ ਵਾਰ ਲਾਈ, ਮੇਰੇ ਨਾਲ ਹੀ ਵੀਕ ਸੀਗੀ, ਆਪਣੇ ਆਪ ਮੇਰੇ ਕੋਲ ਆਏ। ਮੈਨੂੰ ਕਹਿੰਦੇ ਇੱਕ ਗੱਲ ਸਮਝਾਵਾਂ। ਮੈਂ ਕਿਹਾ ਜੀ ਦੱਸੋ। ਸਪੈਸ਼ਲ, ਨਾ ਕੋਈ ਫਤਿਹ ਨਾ ਕੋਈ ਜਾਣਕਾਰੀ, ਸਿਰਫ ਇਹੀ ਗੱਲ ਆ ਕੇ ਕੀਤੀ। ਉਹਨਾਂ ਦਾ ਮਨ ਪਰੇਸ਼ਾਨ ਹੋਊਗਾ। ਮੈਂ ਕਿਹਾ ਹਾਂਜੀ ਦੱਸੋ ਜੀ। ਕਹਿੰਦੇ ਗੱਲ ਕੰਮ ਦੀ ਹੈ, ਪੱਲੇ ਬੰਨ੍ਹ ਲਈ। ਮੈਂ ਕਿਹਾ ਜੀ ਦੱਸੋ। ਹੱਥ ਜੋੜ ਲਏ। ਕਹਿੰਦੇ ਪਹਿਲੀ ਵਾਰ ਆਇਆ। ਮੈਂ ਕਿਹਾ ਜੀ ਹਾਂ। ਕਹਿੰਦੇ ਮੈਂ 5-7 ਵਾਰ ਆ ਚੁੱਕਾ, ਤੇ ਕਦੀ ਇਹ ਨਹੀਂ ਸੋਚਣਾ ਜ਼ਿੰਦਗੀ ਵਿੱਚ ਵੀ 1 ਪੌਂਡ ਤੋਂ 10 ਪੌਂਡ ਬਣ ਜਾਣ, ਤੇ 10 ਤੋਂ 1000 ਬਣ ਜੇ, ਤੇ 1000 ਤੋਂ ਲੱਖ ਬਣ ਜੇ। ਮਤਲਬ ਕਦੀ ਵੀ ਮਨ ਵਿੱਚ ਇਹ ਨਹੀਂ ਸੋਚਣਾ ਵੀ ਮੈਂ ਪੈਸੇ ਨੂੰ ਵਧਾ ਲਵਾਂ। ਜਿੱਦਣ ਤੁਸੀਂ ਇਹ ਸੋਚੋਗੇ ਉਦਣ ਹੀ ਫੜੇ ਜਾਓਗੇ, ਉਧੜੇ ਮੋਢੇ ਪਾਓਗੇ। ਤੁਹਾਡਾ ਮਨ ਅਸ਼ਾਂਤ ਹੋਊਗਾ, ਬਾਣੀ ਨਹੀਂ ਪੜ੍ਹ ਸਕੋਗੇ, ਨਿਤਨੇਮ ਕਰ ਸਕੋਗੇ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ 10 ਲੱਖ ਰੁਪਈਆ ਇੱਥੋਂ ਇਕੱਠਾ ਕੀਤਾ ਸੀਗਾ, ਕੋਈ ਗਹਿਣੇ ਰੱਖ ਕੇ ਲੈ ਗਿਆ, ਤੇ ਮੁੜ ਕੇ ਢਿੱਲਾ ਜਿਹਾ ਮੂੰਹ ਕਰਕੇ ਆਖੇ ਜੀ ਵਿਆਹ ਜਾਣਾ, ਗਹਿਣੇ ਵੀ ਲੈ ਗਿਆ, 10 ਵੀ ਲੱਖ ਵੀ ਗਿਆ ਤੇ ਗਹਿਣੇ ਵੀ ਗਏ। ਤੁਰੇ ਫਿਰੋ ਜੱਜ ਕੋਲ। ਹੁਣ ਮੇਰਾ ਮਨ ਕਹਿੰਦੀ ਇੰਨਾ ਪਰੇਸ਼ਾਨ ਹੈ ਵੀ ਕੀਰਤਨ ਕਰੀਦਾ ਪਰ ਮਨ ਨਹੀਂ ਟਿਕਦਾ, ਕਿਉਂਕਿ ਨੁਕਸਾਨ ਹੋ ਗਿਆ। ਉਹ ਮੈਨੂੰ ਗੱਲ ਉਹਦੀ ਹਮੇਸ਼ਾ ਯਾਦ ਰਹਿੰਦੀ ਹੈ। ਸੱਚਮੁੱਚ ਹੀ ਕਬੀਰ ਜੀ ਸੁਖੀ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਤਾਈਓ ਸਾਡਾ ਮਾਰਗ ਦਰਸ਼ਨ ਕਰਦੀ ਹੈ, ਕਿਉਂਕਿ ਇਹਨਾਂ ਮਹਾਂਪੁਰਖਾਂ ਨੇ
ਕੇਵਲ ਵਾਹਿਗੁਰੂ ਦੇ ਨਾਮ ਨੂੰ, ਕਥਾ ਕੀਰਤਨ ਗੁਰਬਾਣੀ ਨੂੰ ਤਰਜੀਹ ਦਿੱਤੀ ਤਾਂ ਅੱਜ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਆਪਾਂ ਉਹਨਾਂ ਤੋਂ ਸੇਧ ਲੈਂਦੇ ਆ। ਤੋ ਜਿਹੜੇ ਇਹਦੇ ਵਹਿਣ 'ਚ ਰੁੜ ਜਾਂਦੇ ਨੇ, ਬਣਦਾ ਤਾਂ ਕੁਛ ਵੀ ਨਹੀਂ, ਜਿਸ ਤਰ੍ਹਾਂ ਆਇਆ ਬੰਦਾ ਉਤਰਾ ਹੀ ਜਾਂਦਾ, ਨਾਂਗੀ ਆਵਾਂ ਨਾਂਗੀ ਜਾਣਾ, ਉਹ ਇਹ ਨਾ ਰਹਿ ਹੈ ਰਾਜਾ ਰਾਣਾ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨੀ, ਉਪਦੇਸ਼ ਹਿਰਦੇ 'ਚ ਵਸ ਜਾਈ ਜੀ। ਭੁੱਲ ਚੁੱਕ ਮਾਫ ਕਰੋ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾ ਬੁਹਾਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਪੋ ਸਦਾ ਰਹੋ ਹਰ ਨਾਮ ਲੈ ਹਰ ਨਾਮ ਰਹੂ ਤੂੰ ਮਨ ਮੇਰੇ ਦੁਖ ਸਮੇ ਸਾਰਨਾ ਗਾਰੋ ਗਾਰੇ ਤੇਰਾ ਗਾਦ ਸੰਤ ਸੁਬਾਨ ਸਭਨਾ ਗਲਾ ਸਮਰਥ ਸੁਆਮੀ ਸੋ ਕਿਉ ਮਨੋ